ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਦੇ ਇਸ ਕੜੀ ਵਿੱਚ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕੱਲ ਤਾਰਨ ਗੁਰੂ ਨਾਨਕ ਆਇਆ। ਅੱਜ ਕੁਝ ਹੋਰ ਵਿਸ਼ੇ ਜਿਹੜੇ ਸਾਡੇ ਜ਼ਿੰਦਗੀ ਨਾਲ ਜੁੜੇ ਨੇ ਔਰ ਸਾਨੂੰ ਉਹਨਾਂ ਦੇ ਬਾਰੇ ਚ ਗਹਿਰਾਈ ਵਿੱਚ ਸਮਝ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਚ ਉਹਨਾਂ ਚੀਜ਼ਾਂ ਨੂੰ ਉਤਾਰ ਕੇ ਤੇ ਆਪਣਾ ਅੱਗਾ ਵੀ ਸਵਾਰ ਸਕੀਏ। ਕਿਉਂਕਿ ਇੱਥੇ ਦਾ ਜੀਵਨ ਅਸੀਂ ਜਿੰਨਾ ਵੀ ਸੋਨਾ ਬਣਾਈਏ, ਜਿੰਨਾ ਵੀ ਸਵਾਰੀਏ, ਇੱਥੇ ਦਾ ਸਭ ਕੁਝ ਇੱਥੇ ਹੀ ਰਹਿ ਜਾਣਾ। ਜੇ ਅੱਗਾ ਨਹੀਂ ਸਵਾਰਿਆ ਤੇ ਫਿਰ ਜਾ ਕੇ ਉੱਥੇ ਪਰੇਸ਼ਾਨੀ ਹੁੰਦੀ ਹੈ, ਫਿਰ ਉੱਥੇ ਜਗ੍ਹਾ ਨਹੀਂ ਮਿਲਦੀ ਕੋਈ ਵੀ। ਤੇ ਐਸਾ ਨਾ ਹੋਏ ਕਿ ਜਿਸ ਤਰ੍ਹਾਂ ਮੰਨ ਲਓ ਅਸੀਂ ਇੰਡੀਆ ਤੋਂ ਅਮਰੀਕਾ ਗਏ ਤੇ ਅਸੀਂ ਸਾਰੀ ਇੰਡੀਅਨ ਕਰੰਸੀ ਲੈ ਗਏ ਤੇ ਉੱਥੇ ਜਾ ਕੇ ਕੁਝ ਵੀ ਨਹੀਂ ਕਰ ਪਾਏ। ਇੱਥੇ ਤੇ ਫਿਰ ਵੀ ਤੁਸੀਂ ਪੈਸੇ ਦੇ ਕੇ ਕਰੰਸੀ ਚੇਂਜ ਕਰਾ ਸਕਦੇ ਹੋ, ਉੱਥੇ ਤੇ ਨਹੀਂ ਹੋ ਸਕਦਾ। ਉੱਥੇ ਤੇ ਜਿਹੜੀ ਕਰੰਸੀ ਉੱਥੇ ਚਲਦੀ ਏ ਸ਼ੁਭ ਕਰਮਾਂ ਦੀ, ਉਹੀ ਲੈ ਕੇ ਜਾਵਾਂਗੇ ਤਾਂ ਹੀ ਸਾਡੀ ਉੱਥੇ ਕੋਈ ਗੱਲਬਾਤ ਹੈ ਜਾਂ ਸੁਣਾਈਏ, ਨਹੀਂ ਤੇ ਉੱਥੋਂ ਫਿਰ ਵਾਪਸ ਭੇਜ ਦਿੱਤਾ ਜਾਂਦਾ ਕਿ ਜਾਓ ਵਾਪਸ, ਕੀ ਲੈ ਕੇ ਆਇਓ ਕੰਕੜ ਪੱਥਰ ਇਕੱਠੇ ਕਰਕੇ। ਤੇ ਇਸ ਲਈ ਜਿਹੜਾ ਧਰਤੀ ਦਾ ਜੀਵਨ ਹੈ, ਕਿਸ ਤਰ੍ਹਾਂ ਅਸੀਂ ਜੀਵਨ ਜੀ ਰਹੇ ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹੋਸ਼ਪੂਰਵਕ ਜਾਗਰੂਕਤਾ ਨਾਲ ਜੀਵਨ ਜੀਏ। ਸੋ ਅੱਜ ਵੀ 3-4 ਵਿਸ਼ੇ ਲਏ ਨੇ ਮੈਂ, ਕਿਉਂਕਿ ਹਰ ਇੱਕ ਸ਼ਬਦ ਵਿੱਚ ਪੰਕਤੀ ਤੇ ਬਹੁਤ ਉਹਦੇ ਤੇ ਕੁਝ ਸ਼ਬਦਾਂ ਦਾ ਜੋੜ ਹੈ, 8-10 ਸ਼ਬਦਾਂ ਦਾ। ਇੱਕ ਸ਼ਬਦ ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਪੰਧ ਦੇ ਕੋਲ ਪੜਨ ਗਏ, ਪੰਧ ਦੇ ਗੋਪਾਲ ਕੋਲ, ਤੇ ਉਹਨੇ ਪੱਟੀ ਲਿਖ ਕੇ ਦਿੱਤੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਦੇ ਕੋਲ ਇਹੀ ਸਵਾਲ ਕੀਤਾ ਕਿ ਇਹ ਪੜਨ ਨਾਲ ਹੋਏਗਾ ਕੀ? ਉਹਨੇ ਕਿਹਾ ਸੰਸਾਰ ਦਾ ਹਿਸਾਬ ਕਿਤਾਬ ਜਮਾ ਘਟਾ ਸਭ ਆ ਜਾਏਗਾ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਨੂੰ ਉਹ ਪੜ੍ਹਾਈ ਚਾਹੀਦੀ ਜਿਹੜੀ ਉੱਪਰ ਕੰਮ ਆਏ। ਤੇ ਉਹਨਾਂ ਨੇ ਪੁੱਛਿਆ ਪਾਂਦੇ ਕੋਲੋਂ ਕਿ ਇਹ ਜਿਹੜੇ ਤੂੰ ਅਕਸ਼ਰ ਲਿਖ ਕੇ ਦਿੱਤੇ ਨੇ ਇਹਨਾਂ ਦਾ ਕੀ ਅਰਥ ਹੈ? ਤੇ ਪਾਂਦੇ ਨੇ ਕਿਹਾ ਕੱਲੇ ਕੱਲੇ ਅਕਸ਼ਰ ਦਾ ਕੋਈ ਅਰਥ ਨਹੀਂ ਹੁੰਦਾ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਕਿਹਾ ਕਿ ਨਹੀਂ, ਕੱਲੇ ਕੱਲੇ ਅਕਸ਼ਰ ਦਾ ਵੀ ਅਰਥ ਹੁੰਦਾ। ਤੇ ਫਿਰ ਉਹਨੂੰ ਪੱਟੀ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖੀ, ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਹੈ, ਜਨਮ ਸਾਖੀ ਚ ਵੀ ਹੈ, ਕਿ ਇੱਕ ਇੱਕ ਅਕਸ਼ਰ ਦਾ ਫਿਰ ਅਰਥ ਦੱਸਿਆ ਉਹਨੂੰ ਗੋਪਾਲ ਪਾਂਦੇ ਨੂੰ। ਤੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕ ਕੇ ਘਰ ਛੋੜ ਗਿਆ। ਕਹਿਣ ਲੱਗਾ ਪਿਤਾ ਕਾਲੂ ਨੂੰ ਕਿ ਨਾਨਕ ਨੂੰ ਕੀ ਪੜਾਣਾ ਹੈ, ਤੇ ਸਾਰੀ ਦੁਨੀਆ ਨੂੰ ਪੜਾਏਗਾ, ਤੇ ਸਭ ਕੁਝ ਪੜਿਆ ਹੀ ਹੋਇਆ। ਤੇ ਜਿਹੜੀ ਪੜ੍ਹਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸਾਨੂੰ ਕਰਨ ਲਈ ਕਿ ਉਹ ਪੜ੍ਹਾਈ ਕਰੀਏ ਜਿਹੜੀ ਅੱਗੇ ਕੰਮ ਆਏ, ਤੇ ਜੇ ਅੱਗੇ ਕੰਮ ਨਹੀਂ ਆਣੀ ਤੇ ਫਿਰ ਉਸ ਪੜ੍ਹਾਈ ਦਾ ਕੀ ਫਾਇਦਾ? ਤੇ ਪਾਂਦੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਮੈਂ ਤੇ ਅੱਜ ਤੱਕ ਇਹੀ ਸਮਝਦਾ ਸੀ ਕਿ ਅਕਸ਼ਰਾਂ ਨੂੰ ਜੋੜ ਜੋੜ ਕੇ ਕੁਝ ਅਰਥ ਨਿਕਲਦਾ ਹੈ। ਅੱਜ ਤੁਸੀਂ ਦੱਸਿਆ ਅਕਸ਼ਰਾਂ ਨੂੰ ਤੋੜ ਕੇ ਇੱਕ ਇੱਕ ਅਕਸ਼ਰ ਦਾ ਵੀ ਬਹੁਤ ਅਰਥ ਹੁੰਦਾ ਹੈ। ਅਸੀਂ ਸੰਸਾਰ ਤੇ ਹਰ ਚੀਜ਼ ਜੋੜ ਜੋੜ ਕੇ ਰੱਖਨੇ ਆ, ਲੇਕਿਨ ਜਿਸ ਵੇਲੇ ਪਰਮਾਤਮਾ ਦੇ ਰਸਤੇ ਤੇ ਚੱਲਣਾ, ਹਰ ਚੀਜ਼ ਨੂੰ ਛੋੜਦੇ ਜਾਣਾ, ਹਰ ਚੀਜ਼ ਤੋਂ ਮੋਹ ਆਪਣਾ ਤੋੜਦੇ ਜਾਣਾ। ਐ ਨਹੀਂ ਕਿ ਦੁਨੀਆ ਛੱਡ ਕੇ ਜਾਂ ਸੰਸਾਰ ਛੱਡ ਕੇ ਆਪਣੀ ਜ਼ਿੰਮੇਵਾਰੀਆਂ ਛੱਡ ਕੇ ਭੱਜ ਜਾਣਾ, ਨਹੀਂ। ਸਭ ਕੁਝ ਕਰਦੇ ਹੋਏ ਅੰਦਰੋਂ ਪਰਮਾਤਮਾ ਵੱਲ ਆਪਣਾ ਧਿਆਨ ਰੱਖਣਾ, ਅੰਦਰੋਂ ਮੋਹ ਨਹੀਂ ਕਰਨਾ, ਕਿਉਂਕਿ ਅੰਦਰੋਂ ਮੋਹ ਕਰਨਾ ਪਰਮਾਤਮਾ ਨਾਲ, ਅੰਦਰੋਂ ਪਰਮਾਤਮਾ ਨਾਲ ਤਾੜ ਜੋੜਨੀ ਹੈ ਜਿਹਨੇ ਸਾਥ ਨਿਭਾਣਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਸਭ ਤੇ ਵੱਡਾ ਕਿਹਾ, ਸਭ ਤੇ ਵੱਡਾ ਸਤਿਗੁਰ ਨਾਨਕ, ਕਿਉਂਕਿ ਆਪ ਨਿਰੰਕਾਰ ਨੇ ਆਕਾਰ ਬਣਾਇਆ ਔਰ ਮਾਤ ਲੋਕ ਵਿੱਚ ਆਪਣੀ ਜੋਤ ਟਿਕਾਈ, ਨਾਨਕ ਰੂਪ ਲਿਆ। ਇਸ ਵਾਸਤੇ ਕਿਹਾ ਜਾਂਦਾ ਸਭ ਤੇ ਵੱਡਾ ਸਤਿਗੁਰ ਨਾਨਕ। ਔਰ ਅਵਤਾਰ ਪੁਰਸ਼, ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ, ਉਹ ਉਹਨਾਂ ਦੀਆਂ ਕਲਾ ਹੁੰਦੀਆਂ ਨੇ, ਕੋਈ 14 ਕਲਾ, 12 ਕਲਾ, 10 ਕਲਾ, 16 ਕਲਾ, 18 ਕਲਾ, ਸਮੇਂ ਦੇ ਹਿਸਾਬ ਨਾਲ ਉਹਨਾਂ ਦੀ ਉਹ ਜਿਹੜੀਆਂ ਪਾਵਰਸ ਹੁੰਦੀਆਂ ਨੇ ਜਿਹਨਾਂ ਨੂੰ ਕਲਾ ਕਿਹਾ ਜਾਂਦਾ ਹੈ। ਤੇ ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਨੇ ਆਕਾਰ ਲਿਆ, ਧਰਤੀ ਤੇ ਆਏ, ਤੇ ਕਿਹਾ ਜਾਂਦਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਇਹ ਬਹੁਤ ਕਾਮਨ ਕੋਟੇਸ਼ਨ ਹੈ, ਜੈਨ ਕੋਟੇਸ਼ਨ ਹੈ, ਕਿ ਜਿਸ ਵੇਲੇ ਸ਼ਿਸ਼ਯ ਤਿਆਰ ਹੁੰਦਾ, ਚੇਲਾ ਤਿਆਰ ਹੁੰਦਾ, ਤੇ ਉਸ ਵੇਲੇ ਗੁਰੂ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ। ਕਿ ਆਤਮਾ ਜਿਸ ਵੇਲੇ ਕਿਸੇ ਵੀ ਸ਼ਿਸ਼ਯ ਦੀ ਤਿਆਰ ਹੈ ਤੇ ਫਿਰ ਉਹ ਗੁਰੂ ਜਿਹੜਾ ਹੈ ਉਹਦੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਹੁਣ ਉਹਦਾ ਪਾਤਰ ਤਿਆਰ ਹੈ, ਉਹ ਲੈਣ ਵਾਸਤੇ ਤਿਆਰ ਹੈ। ਲੇਕਿਨ ਜਦ ਤੱਕ ਚੇਲਾ ਤਿਆਰ ਨਹੀਂ ਹੁੰਦਾ, ਚਾਹੇ ਗੁਰੂ ਉਹਦੇ ਆਸ-ਪਾਸ ਵੀ ਰਵੇ,
ਤਾਂ ਵੀ ਉਹਨੂੰ ਪਤਾ ਨਹੀਂ ਲੱਗਦਾ। ਨਾਲ ਰਹਿੰਦੇ ਹੋਏ ਵੀ ਪਤੀ ਪਤਨੀ, ਪਤੀ ਅਗਰ परमात्मा रूप हो गया, परमात्मा ਦਾ ਨੇੜੇ ਹੋ ਗਿਆ, ਲੇਕਿਨ ਅਗਰ ਪਤਨੀ ਤਿਆਰ ਨਹੀਂ ਹੈ ਤੇ ਪਤਨੀ ਨੂੰ ਪਤਾ ਹੀ ਨਹੀਂ ਚੱਲਦਾ। ਤੇ ਜਦ ਤੱਕ ਤਿਆਰ ਨਹੀਂ ਹੁੰਦਾ ਕੋਈ, ਉਹਨੂੰ ਨਹੀਂ ਪਤਾ ਚੱਲਦਾ, ਉਹਦੇ ਸਾਹਮਣੇ ਗੁਰੂ ਪ੍ਰਗਟ ਨਹੀਂ ਹੁੰਦਾ। ਗੁਰੂ ਹੁੰਦਾ ਹੈ ਲੇਕਿਨ ਉਹਨੂੰ ਨਹੀਂ ਪਤਾ ਚੱਲਦਾ। ਹੁਣ ਅਗਰ ਅਸੀਂ ਦੇਖੀਏ ਕਿ 40 ਸਾਲ ਪਤਰੀ ਸਰ ਨੇ ਪ੍ਰਚਾਰ ਕੀਤਾ ਸਾਊਥ ਵਿੱਚ, ਅਸੀਂ ਵੀ ਤੇ ਐਸੀ ਦੁਨੀਆ 'ਚ ਰਹਿ ਰਹੇ ਸੀ, ਪਰ ਸਾਨੂੰ ਕੁਝ ਵੀ ਨਹੀਂ ਪਤਾ ਚੱਲਿਆ। ਲੇਕਿਨ ਜਿਸ ਟਾਈਮ ਸਾਡਾ ਟਾਈਮ ਆਇਆ, ਉਸ ਵੇਲੇ ਸਾਨੂੰ ਪਤਾ ਚੱਲਿਆ। ਤੇ ਹੁਣ ਅਧਿਆਤਮ ਵਿੱਚ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਸ ਵੇਲੇ ਚੇਲਾ ਸ਼ਿਸ਼ ਤਿਆਰ ਹੋ ਜਾਂਦਾ ਹੈ, ਫਿਰ ਗੁਰੂ ਚਲਾ ਜਾਂਦਾ ਹੈ, ਸਾਰਾ ਕੁਝ ਉਹਨੂੰ ਸੌਂਪ ਕੇ, ਜ਼ਿੰਮੇਵਾਰੀ ਦੇ ਕੇ। ਔਰ ਇਹ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਹੋਇਆ ਕਿ ਜਿਸ ਵੇਲੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ, ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਉਹ 7 ਸਾਲ ਉਹਨਾਂ ਨੇ ਸੇਵਾ ਕੀਤੀ, ਕਿਉਂਕਿ ਉਹਨਾਂ ਨੇ ਅੱਗੋਂ ਚਲਾਣਾ ਸੀ ਸੱਚ ਦਾ ਧਰਮ ਸੰਸਾਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਤਿਆਰ ਕੀਤਾ। ਸਭ ਕੁਝ ਬਾਣੀ ਦਾ ਖਜ਼ਾਨਾ, ਹਰ ਚੀਜ਼ ਉਹਨਾਂ ਦੇ ਸਪੁਰਦ ਕਰ ਦਿੱਤੀ ਔਰ ਆਪਣੇ ਅੰਗਾਂ ਤੋਂ ਅੰਗਦ ਬਣਾਇਆ। ਤੇ ਫਿਰ ਆਪ ਮਾਤਲੋਕ ਤੋਂ शरीर समेत चले गए। श्री गुरु नानक देव जी ने बहुत परीक्षा लईयां, सब परीक्षा ਅਸੀਂ ਸੁਣਦੇ ਹੀ ਰਹਿੰਦੇ ਆ ਗੁਰਦੁਆਰਿਆਂ ਵਿੱਚ ਵੀ ਔਰ ਹਰ ਜਗ੍ਹਾ ਤੇ ਅਸੀਂ ਸੁਣਨੇ ਆ। ਤੇ श्री गुरु नानक देव जी ने ਜਿਹੜੀ ਆਖਰੀ ਪਰੀक्षा ਲਈ, ਕਿਉਂਕਿ ਸਿੱਖਾਂ ਜਿਹੜੇ ਸਿੱਖ ਹੁੰਦੇ ਸੀ ਕੋਲ, ਜਿਹੜੇ ਬੜੇ ਸੇਵਾ ਕਰਦੇ ਸੀ, ਉਹਨਾਂ ਨੂੰ ਵੀ ਲੱਗਦਾ ਸੀ ਕਿ ਗੁਰੂ ਜੀ ਅੰਗਦ ਦੇਵ ਜੀ ਤੇ ਬੜੀ ਕਿਰਪਾ ਕਰਦੇ ਨੇ, ਤੇ ਇਸ ਭਰਮ ਭੁਲੇਖੇ ਨੂੰ ਕੱਢਣ ਲਈ ਫਿਰ ਪਰੀक्षा ਲੈਂਦੇ ਸੀ ਉਹ। ਤੇ ਹਰ ਪਰੀक्षा ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ, ਜਿਹੜਾ ਦਾ ਨਾਮ ਉਸ ਵੇਲੇ ਭਾਈ ਲਹਿਣਾ ਸੀ, ਤੇ ਉਹ ਹਰ ਪਰੀक्षा ਚੋਂ ਪਾਸ ਹੋ ਜਾਂਦੇ ਸੀ। ਕਿਉਂਕਿ ਪਰੀक्षा ਚੋਂ ਪਾਸ ਹੋਣ ਦਾ ਮਤਲਬ ਹੈ ਜਿਸ ਵੇਲੇ ਗੁਰੂ ਔਰ ਚੇਲਾ ਇੱਕ ਹੋ ਗਏ, ਜੋ ਗੁਰੂ ਦੇ ਅੰਦਰ ਚੱਲ ਰਿਹਾ ਉਹੀ ਚੇਲੇ ਦੇ ਅੰਦਰ ਚੱਲ ਰਿਹਾ। ਜਦ ਤੱਕ ਗੁਰੂ ਔਰ ਚੇਲੇ ਦੇ ਅੰਦਰ ਉਹ एकता नहीं है, तब तक चेले ਨੂੰ समझ नहीं आ सकती कि गुरु ਦਾ सवाल की है और ਉਹਦਾ जवाब की है, गुरु ਦੀ रमज की है। ਤੇ श्री गुरु नानक देव जी ने ਧਾਨਕ रूप ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਸ਼ਿਕਾਰੀ ਇਸ ਤਰ੍ਹਾਂ ਰੂਪ ਬਣਾਇਆ ਚਰਵਾਹਾ ਦਾ, ਤੇ ਉਹਨਾਂ ਨੇ ਫਿਰ ਹੱਥ ਵਿੱਚ ਸੋਟੀ ਲਈ ਔਰ ਸੰਗਤ ਪਿੱਛੇ ਪਿੱਛੇ ਚੱਲ ਰਹੀ ਸੀ, ਤੇ ਉਹਨਾਂ ਨੇ ਫਿਰ ਸੋਟੀਆਂ ਮਾਰੀਆਂ ਸੰਗਤ ਨੂੰ, ਤੇ ਬਹੁਤ ਲੋਕ ਡਰ ਕੇ ਚਲੇ ਗਏ। ਫਿਰ ਸੋਨੇ ਦੀ, ਚਾਂਦੀ ਦੀ, ਪੈਸਿਆਂ ਦੀ ਸਭ ਬਾਰਿਸ਼ ਕੀਤੀ, ਕਈ ਲੋਕ ਪੈਸਾ ਸੋਨਾ ਚਾਂਦੀ ਲੈ ਕੇ ਚਲੇ ਗਏ। ਫਿਰ 5 ਸਿੱਖ ਰਹਿ ਗਏ, ਤੇ ਸ਼੍ਰੀ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਕਿਉਂ ਨਹੀਂ ਜਾਂਦੇ, ਤੁਸੀਂ ਵੀ ਜਾਓ। ਤੇ ਉਹਨਾਂ ਨੇ ਕਿਹਾ ਨਹੀਂ, ਅਸੀਂ ਤੇ ਸਿੱਖ ਹੀ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਇਹ ਕਹੋ ਕਿ ਅਸੀਂ ਸਿੱਖ ਨਹੀਂ ਆ, ਤੇ ਉਹਨਾਂ ਨੇ ਕਿਹਾ ਨਹੀਂ, ਅਸੀਂ ਮਰ ਜਾਵਾਂਗੇ, ਇਹ ਤੇ ਨਹੀਂ ਕਹਿ ਸਕਦੇ ਅਸੀਂ ਕਿ ਅਸੀਂ ਸਿੱਖ ਨਹੀਂ ਆ ਗੁਰੂ ਨਾਨਕ ਦੇ, ਅਸੀਂ ਤੁਹਾਡੇ ਸਿੱਖਾਂ ਚਾਹੇ ਮਾਰੋ ਚਾਹੇ ਰੱਖੋ। ਔਰ ਫਿਰ ਉਹ ਪਿੱਛੇ ਚੱਲਦੇ ਰਹੇ। ਸ਼੍ਰੀ ਗੁਰੂ ਜੀ ਨੇ ਸੋਟੀਆਂ ਮਾਰੀਆਂ ਲੇਕਿਨ ਕੋਈ ਨਹੀਂ ਗਿਆ, ਉਹ ਪੰਜੋਂ ਨਾਲ ਨਾਲ ਚੱਲਦੇ ਰਹੇ। ਆਖਰੀ ਪਰੀक्षा ਲਈ ਸ਼੍ਰੀ ਗੁਰੂ ਜੀ ਨੇ ਕਿਹਾ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਹਾਂ ਤੇ ਫਿਰ ਆ ਮੁਰਦਾ ਪਿਆ ਖਾਓ। ਜਿਸ ਵੇਲੇ ਸ਼੍ਰੀ ਗੁਰੂ ਜੀ ਨੇ ਕਿਹਾ ਮੁਰਦਾ ਖਾਓ, ਤੇ 4 ਸਿੱਖ ਜਿਹੜੇ ਸੀ ਉਹ ਪੇੜ ਦੇ ਪਿੱਛੇ ਛੁਪ ਗਏ। ਤੇ ਸ਼੍ਰੀ ਗੁਰੂ ਅੰਗਦ ਦੇਵ ਜੀ, ਜਿਹੜਾ ਨਾ ਅਜੇ ਗੁਰਿਆਈ ਗੱਦੀ ਨਹੀਂ ਸੀ ਮਿਲੀ, ਤੇ ਉਹ ਖੜੇ ਰਹੇ। ਤੇ ਸ਼੍ਰੀ ਗੁਰੂ ਜੀ ਨੇ ਕਿਹਾ ਖਾਓ ਮੁਰਦਾ, ਤੇ ਉਹਨਾਂ ਨੇ ਫਿਰ ਉਹਨਾਂ ਨੇ ਫਿਰ ਪੁੱਛਿਆ ਸ਼੍ਰੀ ਗੁਰੂ ਜੀ ਕੋਲੋਂ ਕਿ ਪੈਰਾਂ ਵੱਲੋਂ ਸ਼ੁਰੂ ਕਰਾਂ ਕਿ ਸਿਰ ਵੱਲੋਂ। ਤੇ ਸ਼੍ਰੀ ਗੁਰੂ ਜੀ ਨੇ ਕਿਹਾ ਸਿਰ ਵੱਲੋਂ ਸ਼ੁਰੂ ਕਰੋ। ਤੇ ਜਿਸ ਵੇਲੇ ਚੱਦਰ ਹਟਾਈ ਤੇ ਕੜਾ ਪ੍ਰਸ਼ਾਦ ਨਿਕਲਿਆ। ਔਰ ਫਿਰ ਸ਼੍ਰੀ ਗੁਰੂ ਅੰਗਦ ਦੇਵ ਜੀ ਜਿਹੜੇ ਸੀ, ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ ਕਿ ਕਲਯੁਗ ਦਾ ਸਮੇਂ ਵੇ ਤੇ ਇੰਨਾ ਗੁਰੂ ਤੇ ਭਰੋਸਾ ਹੋਣਾ ਬਹੁਤ ਔਖਾ ਹੈ, ਤੇ ਜਿਹੜੀ ਵੀ ਸੰਗਤ ਨਾਲ ਚੱਲੀ ਸੀ ਸਾਰਿਆਂ ਨੂੰ ਤੁਸੀਂ ਮਾਫ ਕਰੋ, ਤੇ ਇਹ ਜਿਹੜਾ ਤੁਸੀਂ ਸਵਾਂਗ ਕੀਤਾ ਹੈ, ਪਰੀक्षा ਲਈ ਹੈ, ਤੇ ਪਰੀक्षा ਗੁਰੂ ਦੀ ਚੋਂ ਪਾਸ ਹੋਣਾ ਬਹੁਤ ਕਠਿਨ ਹੈ। ਜਿਹਨੂੰ ਆਪ ਪਾਸ ਕਰੇ ਉਹੀ ਪਾਸ ਹੋ ਸਕਦਾ ਹੈ। ਫਿਰ ਸ਼੍ਰੀ ਗੁਰੂ ਜੀ ਨੇ ਧਰਮਸ਼ਾਲਾ ਵਿੱਚ ਆ ਕੇ ਤੇ ਭਾਈ ਲਹਿਣਾ ਜੀ ਨੂੰ ਆਪਣੀ ਗੱਦੀ ਤੇ ਬਿਠਾ ਕੇ ਨਾਰੀਅਲ ਔਰ 5 ਪੈਸੇ ਉਹਨਾਂ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਤੇ ਪੁੱਤਰਾਂ ਨੂੰ ਵੀ ਔਰ ਸਾਰੀ ਸੰਗਤ ਨੂੰ ਕਿਹਾ ਕਿ ਮੱਥਾ ਟੇਕੋ, ਅੱਜ ਤੋਂ ਬਾਅਦ ਭਾਈ ਲਹਿਣਾ ਜੀ ਗੁਰੂ ਨੇ। ਹੁਣ ਤੁਸੀਂ ਇਹ ਦੇਖੋ ਕਿ ਭਾਈ ਲਹਿਣਾ ਜੀ ਉਮਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਛੋਟੇ ਨੇ, ਲੇਕਿਨ ਜਿੱਥੇ ਗੁਰੂ ਪਦਵੀ ਆ ਗਈ, ਜਿੱਥੇ ਗੁਰੂ ਤत्व ਆ ਗਿਆ, ਉੱਥੇ ਛੋਟਾ ਵੱਡਾ ਨਹੀਂ ਹੈ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਵੀ ਮੱਥਾ ਟੇਕਿਆ ਤੇ ਸੰਗਤ ਨੂੰ ਔਰ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਸੀਂ ਮੱਥਾ ਟੇਕੋ, ਅੱਜ ਤੋਂ ਬਾਅਦ ਇਹ ਗੁਰੂ ਨੇ। ਔਰ ਇਤਿਹਾਸ ਇਹ ਕਹਿੰਦਾ ਹੈ ਕਿ ਜਿਸ ਵੇਲੇ ਫਿਰ ਉਹਦੇ ਬਾਅਦ ਕੋਈ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲ ਸੰਗਤ ਜਾਂਦੀ ਸੀ, ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਕਿ ਨਹੀਂ, ਹੁਣ ਤੁਸੀਂ ਗੁਰੂ ਅੰਗਦ ਦੇਵ ਜੀ ਕੋਲ ਜਾਓ, ਹੁਣ ਉਹਨਾਂ ਕੋਲੋਂ ਪੁੱਛੋ।
ਆਪਣੇ ਜਿੰਦੇ ਜੀ ਆਪਣੇ ਰਹਿੰਦੇ ਭਾਈ ਲਹਿਣਾ ਨੂੰ ਗੁਰੂ ਅੰਗਦ ਬਣਾਇਆ। ਬਾਣੀ ਚ ਆਂਦਾ ਹੈ, ਥਾਪਿਆ ਲਹਿਣਾ ਜੀਵਨ ਦੇ। ਕੋਈ ਗੁਰੂ ਆਪਣੇ ਚੇਲੇ ਨੂੰ ਸਭ ਕੁਝ ਦੇ ਕੇ ਉਹਦੇ ਅੱਗੇ ਨਮਸਕਾਰ ਨਹੀਂ ਕਰਦਾ, ਝੁਕਦਾ ਨਹੀਂ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਰੀਤ ਚਲਾਈ। ਤੇ ਜਿਸ ਵੇਲੇ ਗੁਰਗੱਦੀ ਦਿੱਤੀ, ਫਿਰ ਕੁਝ ਸਮੇਂ ਬਾਅਦ ਹੀ ਆਪ ਮਾਤਲੋਕ ਤੋਂ ਚਲੇ ਗਏ। ਹੁਣ ਨਨਕਾਣਾ ਸਾਹਿਬ, ਜਿੱਥੇ ਸ਼੍ਰੀ ਗੁਰੂ ਜੀ ਦਾ ਜਨਮ ਹੋਇਆ, ਕਰਤਾਰਪੁਰ ਸਾਹਿਬ, ਜਿੱਥੇ ਹੁਣ ਅੱਜ ਕੱਲ ਸੰਗਤਾਂ ਜਾਂਦੀਆਂ ਨੇ ਦਰਸ਼ਨ ਕਰਨ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 18 ਸਾਲ ਖੇਤੀਬਾੜੀ ਕੀਤੀ। ਘਰ ਰਹੇ ਉਹਨਾਂ ਦਾ, ਉੱਥੇ ਉਹ ਰਹੇ 18 ਸਾਲ। ਵਿੱਚ ਉਹ ਜਾਂਦੇ ਰਹੇ ਮੇਲੇ, ਸ਼ਿਵਰਾਤਰੀ ਦਾ ਮੇਲਾ ਹੋਇਆ ਬਗਦਾਦ, ਜਿੱਥੇ ਉਹ ਯਾਤਰਾ ਵੀ ਕਰਦੇ ਰਹੇ। ਲੇਕਿਨ 18 ਸਾਲ ਫਿਰ ਉਹ ਘਰ ਉਹਨਾਂ ਨੇ ਰਹਿ ਕੇ ਖੇਤੀਬਾੜੀ ਕੀਤੀ। ਔਰ ਜਿਹੜੇ ਵੀ ਜਾਂਦੇ ਨੇ ਪਾਕਿਸਤਾਨ, ਜਿਹੜਾ ਕੋਰੀਡੋਰ ਬਣਿਆ ਹੋਇਆ, ਤੇ ਉੱਥੇ ਇਹ ਸਭ ਜਿਹੜੇ ਸਿਧਾਂਤ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਉਹ ਡਿਸਪਲੇ ਉਹਨਾਂ ਨੇ ਕੀਤੇ ਹੋਏ ਨੇ। ਇੱਕ ਬਹੁਤ ਹੀ ਜਿਹੜੇ ਜਾਂਦੇ ਨੇ ਉਹ ਦੇਖਦੇ ਨੇ ਕਿ ਜਿਸ ਵੇਲੇ ਹਿੰਦੁਸਤਾਨ ਪਾਕਿਸਤਾਨ ਦਾ ਯੁੱਧ ਹੋਇਆ, ਤੇ ਉਸ ਵੇਲੇ ਜਿਹੜਾ ਹਿੰਦੁਸਤਾਨ ਦੀ ਸੈਨਾ ਨੇ ਬੰਬ ਸੁੱਟਿਆ, ਤੇ ਉਹ ਜਾ ਕੇ ਬਾਬਾ ਨਾਨਕ ਦੀ ਜਿਹੜਾ ਖੂਹ ਹੈ, ਜਿਹੜਾ ਉਹਨਾਂ ਦੇ ਘਰ ਖੂਹ ਸੀ ਜਿੱਥੋਂ ਖੇਤੀਬਾੜੀ ਸਭ ਪਾਣੀ ਦਾ ਹੁੰਦਾ ਸੀ, ਉਹ ਉੱਥੇ ਡਿੱਗਾ ਜਾ ਕੇ। ਔਰ ਕਹਿੰਦੇ ਨੇ ਇੰਨੀ ਉਹਨਾਂ ਨੇ ਉੱਥੇ ਉਹ ਸ਼ੀਸ਼ੇ 'ਚ ਫਰੇਮ ਕਰਾ ਕੇ ਰੱਖਿਆ ਹੋਇਆ ਖੂਹ ਦੇ ਕੋਲ, ਔਰ ਉੱਥੇ ਲਿਖਿਆ ਹੋਇਆ ਕਿ ਬਾਬਾ ਨਾਨਕ ਜੀ ਨੇ ਪ੍ਰੇਮ ਦਾ ਇੱਕ ਸੰਦੇਸ਼ ਦਿੱਤਾ, ਔਰ ਉਹ ਜਿਹੜਾ ਬੰਬ ਸੀ ਉਹ ਫਟਿਆ ਹੀ ਨਹੀਂ। ਬਾਬਾ ਨਾਨਕ ਨੇ ਆਪਣੀ ਗੋਦੀ 'ਚ ਲੈ ਲਿਆ, ਉਹ ਫਟਿਆ ਨਹੀਂ ਬੰਬ। ਤੇ ਇਹ ਨਿਸ਼ਾਨੀ ਜਿਹੜੀ ਕਰਤਾਰਪੁਰ ਦੀ ਹੈ, ਇਹਦੇ ਅਸੀਂ ਅੱਜ ਦਰਸ਼ਨ ਕਰਨੇ ਆ, ਬਾਬੇ ਨਾਨਕ ਦੇ ਘਰ ਜਾਂਦੇ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਮਾਤਲੋਕ ਤੋਂ ਗਏ, ਔਰ ਇਹ ਬਹੁਤ ਸਾਖੀ ਆਂਦੀ ਹੈ ਕਿ ਪਹਿਲੇ ਹੀ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਸਰੀਰ ਛੱਡਣ ਲੱਗੇ ਆ। ਤੇ ਜਿਹੜੇ ਸਾਹਿਬਜ਼ਾਦੇ ਸੀ ਉਹ ਕੋਲ ਨਹੀਂ ਸੀ, ਤੇ ਇੱਕ ਸਿੱਖ ਨੇ ਜਾ ਕੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਰੀਰ ਛੱਡਣ ਲੱਗੇ ਨੇ, ਤੁਸੀਂ ਚੱਲੋ। ਤੇ ਉਹਨਾਂ ਨੇ ਕਿਹਾ ਨਹੀਂ, ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ, ਉਹਨਾਂ ਦੀ ਉਮਰ ਹੋ ਗਈ ਹੈ, ਇੰਜ ਵੀ ਕੋਈ ਸਰੀਰ ਛੱਡਦਾ, ਚੰਗੇ ਭਲੇ ਤੇ ਹੈ ਨੇ, ਸਰੀਰ ਕਿਉਂ ਛੱਡ ਰਹੇ ਨੇ। ਤੇ ਨਹੀਂ ਆਏ ਬੁਲਾਉਣ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰੀਰ ਛੋੜ ਦਿੱਤਾ। ਔਰ ਜਿਸ ਵੇਲੇ ਫਿਰ ਸਾਹਿਬਜ਼ਾਦੇ ਵਾਪਸ ਆਏ ਤੇ ਦੇਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਰੀਰ ਛੋੜ ਚੁੱਕੇ ਨੇ, ਤੇ ਫਿਰ ਸਾਹਿਬਜ਼ਾਦਿਆਂ ਨੇ ਬਹੁਤ ਵੈਰਾਗ ਕੀਤਾ ਕਿ ਬਾਬਾ ਜੀ ਸਾਡੇ ਨਾਲ ਕੁਝ ਗੱਲਾਂ ਕਰਦੇ, ਤੁਸੀਂ ਥੋੜੀ ਦੇਰ ਸਾਨੂੰ ਦਿੰਦੇ, ਥੋੜਾ ਸਮੇਂ, ਅਸੀਂ ਵੀ ਤੁਹਾਡੇ ਪੁੱਤਰ ਆ, ਤੁਸੀਂ ਸਾਰਾ ਕੁਝ ਬਾਹਰ ਦੇ ਦਿੱਤਾ। ਤੇ ਫਿਰ ਜਿਸ ਵੇਲੇ ਉਹਨਾਂ ਨੇ ਬੜੇ ਵਿਨਮਰ ਹੋ ਕੇ ਬੇਨਤੀ ਕੀਤੀ ਕਿ 4 ਘੜੀਆਂ ਸਾਡੇ ਨਾਲ ਗੱਲਬਾਤ ਕਰੋ ਉੱਠ ਕੇ, ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਰੀਰ ਨੂੰ ਸਾਵਧਾਨ ਕਰਕੇ ਉੱਠ ਬੈਠੇ। ਤੇ ਉਸ ਵੇਲੇ ਉਹਨਾਂ ਨੇ ਕਿਹਾ ਕਿ ਪੁੱਤਰ ਤੁਸੀਂ 4 ਘੜੀਆਂ ਕਹੀਆਂ, ਜੇ ਅੱਜ ਕਦੀ 4 ਯੁੱਗ ਮੰਗਦੇ ਤੇ ਮੈਂ 4 ਯੁੱਗ ਰਹਿੰਦਾ, ਕਿਉਂਕਿ ਉਹਨਾਂ ਸਾਹਿਬਜ਼ਾਦੇ ਦੇ ਅੰਦਰ ਵੀ ਬਹੁਤ ਸ਼ਕਤੀ ਸੀ। ਤੇ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਸੀਂ ਜੋ ਗੱਲਾਂ ਕਰਨੀਆਂ ਨੇ, ਹੁਣ ਜੋ ਮੈਨੂੰ ਕਹਿਣਾ ਤੁਸੀਂ ਕਹੋ। ਤੇ ਫਿਰ ਪੁੱਤਰਾਂ ਨੇ ਕਿਹਾ ਕਿ ਸਭ ਕੁਝ ਤੁਸੀਂ ਬਾਹਰ ਦੇ ਦਿੱਤਾ ਤੇ ਸਾਡਾ ਕੀ ਹੋਏਗਾ। ਤੇ ਉਹਨਾਂ ਨੇ ਕਿਹਾ ਤੁਹਾਨੂੰ ਕਦੀ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ, ਸਿੱਖ ਸੰਗਤ ਤੁਹਾਨੂੰ ਗੁਰੂ ਪੁੱਤਰ ਜਾਣ ਕੇ ਸੇਵਾ ਕਰੇਗੀ ਔਰ ਵਿਨਮਰਤਾ ਰੱਖਣੀ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਗੁਰੂ ਘਰ ਦੇ ਤੇ ਕੁੱਤਿਆਂ ਦੀ ਵੀ ਪੂਜਾ ਹੋਏਗੀ, ਤੁਸੀਂ ਤੇ ਖਾਸ ਮੇਰੇ ਪੁੱਤਰ ਹੋ। ਫਿਰ ਹੋਰ ਸੰਗਤ ਨੇ ਬਚਨ ਬਿਲਾਸ ਕੀਤੇ, ਮੱਥਾ ਟੇਕਿਆ, ਔਰ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 4 ਘੜੀਆਂ ਬਾਅਦ ਉੱਥੇ ਕਨਾਤ ਤੰਬੂ ਲਗਵਾ ਦਿੱਤਾ ਤੇ ਕਿਹਾ ਅੰਦਰ ਕੋਈ ਨਾ ਆਏ। ਤੇ ਫਿਰ ਅੰਦਰ ਜਾ ਕੇ ਉਹ ਸਰੀਰ ਸਮੇਤ ਹੀ ਚਲੇ ਗਏ। ਔਰ ਜਿਸ ਵੇਲੇ ਬਾਅਦ ਚੋਂ ਸਿੱਖਾਂ ਨੇ ਦੇਖਿਆ ਤੇ ਉੱਥੇ ਸ਼੍ਰੀ ਗੁਰੂ ਜੀ ਦਾ ਸਰੀਰ ਨਹੀਂ ਹੈ, ਸਿਰਫ 2 ਫੁੱਲ ਪਏ ਨੇ ਚਾਦਰ ਥੱਲੇ। ਤੇ ਉਹ ਜਿਹੜੀ ਚਾਦਰ ਸੀ ਉਹ ਅੱਧੀ, ਉੱਥੇ ਝਗੜਾ ਹੋ ਗਿਆ, ਹਿੰਦੂ ਕਹਿਣ ਸਾਡਾ ਪੀਰੇ, ਸਾਡਾ ਗੁਰੂ ਹੈ, ਅਸੀਂ ਸੰਸਕਾਰ ਕਰਨਾ ਹੈ, ਔਰ ਮੁਸਲਮਾਨ ਕਹਿਣ ਸਾਡਾ ਪੀਰ ਹੈ, ਅਸੀਂ ਆਪਣੀ ਰੀਤੀ ਰਿਵਾਜ ਕਰਨਾ ਹੈ। ਫਿਰ ਕੁਝ ਸਿਆਣੇ ਬੰਦਿਆਂ ਨੇ ਕਿਹਾ ਕਿ ਬਾਬਾ ਜੀ ਦਾ ਸਰੀਰ ਤੇ ਹੈ ਹੀ ਨਹੀਂ। ਤੇ ਫਿਰ ਉਹਨਾਂ ਨੇ ਉਹ ਚਾਦਰ ਅੱਧੀ ਕਰਤੀ, ਤੇ ਹਿੰਦੂ ਜਿਹੜੇ ਸੀ ਸਿੱਖ ਬਾਬੇ ਦੇ, ਉਹਨਾਂ ਨੇ ਅੱਧੀ ਚਾਦਰ ਜਲਾਤੀ, ਤੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਅੱਧੀ ਚਾਦਰ ਦਫਨਾ ਦਿੱਤੀ ਔਰ ਉੱਥੇ ਜਗ੍ਹਾ ਬਣਾਈ, ਸਮਾਧੀ ਬਣਾਈ। ਲੇਕਿਨ ਸ਼੍ਰੀ ਗੁਰੂ ਜੀ ਨੂੰ ਉਹ ਚੀਜ਼ ਪਸੰਦ ਨਹੀਂ ਆਈ,
और रावी विच बाढ़ आई और दोनों थां जिहड़े सी बनाए हुए सी वो दोनों रावी च बह गए। कह रहे 2-3 बार उन्होंने इस तरह किया लेकिन रावी च बाढ़ आ जाती सी ते वो जगह बह जाती सी। ते फिर श्री चंद जी ने यह संदेश समझिया गुरु जी का, ते उन्होंने वो जिहड़ी चद्दर हिंदुआं ने दबाई सी, जिहड़ा थड़ा बनाया सी कलश विच रख के उहदी राख जिहड़ी दबाई सी, वो फिर उन्होंने लिया के उत्थे जिहड़ा डेरा बाबा नानक जिहड़ा श्री चंद जी का नानका घर है, माता सुलखनी जी का जिहड़ा पिंड है, उत्थे लिया के उन्होंने फिर वो चादर जिहड़ी है उत्थे वो कलश जिहड़ा ढूंढ के उत्थे लिया के दबाया ते पखोके रंधावे डेरा बाबा नानक विच उन्होंने वो स्थापित करता। ते ए दोनों स्थान उत्थे बने हुए ने करतारपुर साहब नाल नाल ही कमरे दे अंदर यह स्थान है जिथे उन्होंने चद्दर कलश विच जिहड़ी राख सी वो दबाई और जिहड़े मुसलमान सी उन्होंने अद्धी चादर दफना के उन्होंने वो बना ली, समाध बना ली। ते डेरा बाबा नानक जिहड़ा वो पखोके रंधावे नेड़े रावी दे इस पार करतारपुर और उस पार डेरा बाबा नानक जिहड़ा माता सुलखनी जी दा पिंड सी। ते उत्थे लिया के अज जिहड़ियां भी संगतां जांदियां ने पाकिस्तान ते वापसी विच डेरा बाबा नानक दे दर्शन करदियां ने गुरुद्वारे दे। इन्नी शक्ति सी बाबा श्री चंद जी दे अंदर कि उन्होंने वो जिहड़ी बह गई सी रावी विच कलश वो भी ढूंढ के लिया के उत्थे रखिया। हुण कल असीं साखी यह भी देखी कि जिस वेले बाबा लक्ष्मी दास जी अपने परिवार समेत मातलोक तो जान लग गए धरती नूं छोड़ के, ते बाबा श्री चंद जी ने बांह लंबी करके धर्म चंद जी नूं उतार लिया, अपना भतीजा कह सकते हैं। ते उन्होंने कहा कि असी ते गुरु पुत्र हाँ, ते श्री चंद जी ने कहा गुरु पुत्र हाँ तां भी लेखा देना पएगा क्योंकि निर्दोष प्राणी की हत्या की है। ते जे वो बाबा श्री चंद जी अपने छोटे भरा नूं कह रहे ने कि गुरु पुत्र होने के बावजूद भी तुहानू लेखा देना पेगा, ते फिर असी ये किस तरह सोच लेने कि सानू छूट है, सानू तो मना ही नहीं है, असी मासाहार करने आ ते असी फिर कहने कि नहीं गुरुआं ने तो मना किया ही नहीं है। जद उस साहिबजादे नूं कह रहे ने कि तुहानू लेखा देना पेगा ते की असी बच जावांगे। ते ये बड़ियां गल्लां सोचण दी गहराई विच समझण दी जरूरत है। कोई बहस का मुद्दा नहीं है कि असी बहस करिए, और ये आत्मा की गल है, आत्म चेतना की गल है। जिन्नी आत्मा उत्ते उठदी है ओनू उन्ना ज्ञान हुंदा, ओनू समझ आंदी है ते ओनू फिर गुरुआं दी दस्सी होई जिहड़े सिद्धांत ने वो समझ आंदे ने। उस वेले जिहड़े पंडित सी वो बहुत ही उन्हां दा बोलबाला सी और अपनी मन मर्जियां वो करदे सी। ते एक जिहड़ा सिख सी ओने अपने घर भंडारा कीता और सारे नगर नूं न्योता दिता, ब्राह्मणां नूं भी न्योता दिता। ते जिस वेले सारे आए उहदे घर लंगर छकन ते उस वेले खबर आई कि उहदे घर पुत्तर होया है। ते सारे जिहड़े ब्राह्मण सी नगर दे लोग सी वो चले गए कि असी हुण तेरे घर दा अन्न ग्रहण नहीं कर सकते क्योंकि सूतक लग गया। जिस तरह कोई मरदा सी ते ओनू सूतक मूतक किया जांदा सी कि पैदा होया तां भी अपवित्र हो गया और कोई मृत्यु होई तां भी अपवित्र हो गया, ते ओहदे घर दा अनाज अन्न नहीं सी ग्रहण। ते ओ सिख बड़ा उदास होया कि इन्ना लंगर बनाया ते हुण मैं इहदा की करांगा। ते उत्थे ही कोर सिख सी उन्हें कहा तू श्री गुरु नानक देव जी को चल, वो तैनूं इहदा हल दस्सणगे। ते श्री गुरु नानक देव जी को जिस वेले गया सिख और उन्हें कहा कि गुरु जी मेरे नाल यह घटना वापरी है और मैनू खबर आई ते सारे चले गए कि असी नहीं खाना। ते श्री गुरु नानक देव जी ने उत्थे पंडितां नाल फिर सवाल जवाब कीते और शब्द उच्चारण किया कि यह जिहड़ा तुसी सूतक मान रहे हो, सूतक मतलब इम्प्योरिटी, कि अगर पहली तो है श्री गुरु नानक देव जी ने इस्त्री जाति नूं समान अधिकार बराबर दा हक दिता कि जिन्ना हक है आदमी दा उन्ना औरत दा भी हक है साधना करन दा, परमात्मा नूं पाउण दा। क्योंकि पहले औरत नूं अलग रखिया जांदा सी कि नहीं वो इहदे शरीर गंदा है, बच्चा होंदा है तां गंदा है, पीरियड्स होंदे ने तां इहदे अंदर अपवित्रता होंदी है। ते श्री गुरु नानक देव जी ने कहा कि नहीं, जिहड़ी चीज परमात्मा ने बनाई है, कुदरत वालों जिहड़ी चीज हो रही है, जिन्हों परमात्मा ने बनाया वो पवित्र किस तरह हो सकता है। ते गुरु जी ने वो भेदभाव खत्म किया स्त्री पुरुष का। ते जिस वेले जन्म और मृत्यु का जिहड़ा वहम सी उन्हां नूं, फिर श्री गुरु जी ने उन्हां नाल उत्थे बाणी उच्चारण की कि जेकर सूतक मन्नीए,
सब ते सूतक होए। जे तुहानू लग रहा है कि यह हुण अपवित्रता हो गई है, तो अपवित्रता ते हर जगह ते वे कित्थे अपवित्रता नहीं है। ते श्री गुरु जी उन्होंने समझा रहे ने गोहे अते लकड़ी अंदर कीड़ा होए। जेड़े तुसी उस टाइम गोहा लकड़ी इस्तेमाल करके चुल्हा जला के जेड़ा खाना बनाया जांदा सी, ते उन्होंने कहा ओहदे विच ते पहले ही कीड़े ने, लकड़ी च भी कीड़े ने, और जेड़ा गोबर है गां दा जिहदा गोहे गोहा जिन्नू कहंदे ने पंजाबी च, ओहदे अंदर भी कीड़ा है, ते इंप्योरिटी ते ओहदे अंदर भी है। जिते दाने अन्न के जियां बाज ना कोई, जिन्ने अन्न दे दाने ने उन्हां सारियां विच जीव है। परमात्मा ने जान पाई है तां ही वध रहे ने। ते कह रहे ओ भी जेड़े ने ओ भी उन्हां दे अंदर भी जेड़ा है ओ जीव है। ते कह रहे ने उस तो पहला पानी जीव है जित हरिया सब कोई। पहले ते पानी नू ही जीव किया गया। पहला पानी जीव है जिदे नाल सब हरियाली हुई है। असी पहले सैशन विच भी इस चीज नू लिया कि श्री गुरु नानक देव जी कह रहे ने पानी ही जीव है, पानी दे अंदर जीव नहीं ने, पानी भी जीव है। ते जिदे नाल सारी धरती हरी भरी हुंदी है। और सूतक क्यों कर रखी है, सूतक पवे रसोए। वो कह रहे ने तुसी कह रहे हो कि हाथ लगान नाल या होण नाल, बच्चा होने नाल अपवित्रता हो गई है शरीर दी और घर दी अपवित्रता हो गई है। ते कह रहे ने इस अपवित्रता तो जिहड़ी तुसी कह रहे हो रसोई अपवित्र हो गई है, एदे तो बचिया किस तरह जा सकता है। ते श्री गुरु नानक देव जी जवाब देंदे ने आप ही कि यह जिहड़ी अपवित्रता है यह किसी तरीके नाल दूर नहीं हो सकती, यह परमात्मा दे दिते हुए ज्ञान नाल ही दूर हो सकती है। और इत्थे साडे लई समझण दी लोड़ है। जिहड़ा असीं बार-बार सोचने आ, कहने आ ओहदी नेगेटिविटी आ गई, ओहदी नेगेटिविटी आ गई, यही गल इत्थे सानू समझा रहे ने श्री गुरु नानक देव जी कि जब तक आत्म ज्ञान नहीं है तद तक बंदे दा मन पवित्र हो ही नहीं सकता। बाहरों जिन्नी मर्जी पवित्रता कर ले, मन मैले सब कुछ मैला, जिन्नी भी पवित्रता रखे बाहर, लेकिन अगर मन मैला है तो फिर वो पवित्र हो ही नहीं सकता। और मन पवित्र होंदा है अध्यात्मिक ज्ञान नाल। हुण श्री गुरु नानक देव जी अगों होर उन्हां नूं खोल के दसदे ने कि यह मन नूं अपवित्रता लगदी किस तरह है। कहंदे ने मन का सूतक लोभ है, जेवा सूतक कूड़। मन नूं अपवित्रता लगी है लालच दी, और जीव नूं अपवित्रता लगी है झूठ बोलन दी। असीं पहले भी लिया सब्जेक्ट झूठ बोलना। ते जीव अपवित्र हुंदी है झूठ बोल बोल के, मन अपवित्र हुंदा लालच कर करके। अखी सूतक वेखना पढ़ त्रे पढ़ धन रूप। अखां दी अपवित्रता हुंदी है जिस वेले वो किसी दूसरे दी धन ते और तन ते नजर रखदियां ने, ते अखां पवित्र हो जांदियां ने। कन्नी सूतक कन पे लाए तबारी खाए। कन अपवित्र हुंदे ने जिस वेले दूसरिਆਂ दी निंदा चुग सुनी जांदी है। कन्नां नूं ਉਹ अपवित्रता कन्ना दी अपवित्रता है। ते ए जद मन अपवित्र है, अखां अपवित्र ने, कन अपवित्र ने, ते वो कह रहे हैं जब सारा अंदर ही अपवित्रता, सब पासों अपवित्रता ही अंदर जा रही है, ते कह रहे ने हंस रूपी जड़ी आत्मा है फिर वो पकड़ के ਉਹਨੂੰ बन के लै जाया जाता है, क्योंकि सारे पासों अपवित्रता इकट्ठी की। पहले जिथे श्री गुरु नानक देव जी ने कहा कि बाहर दियां सारियां चीज़ां, पानी और लकड़ी, उन्हां विच अपवित्रता है, जीव ने। हुण इत्थे वो कह रहे ने मन भी अपवित्र है, अंदर भी अपवित्रता है, अखां दी भी अपवित्रता है, कन्नां दी भी अपवित्रता है, जीव भी अपवित्र है झूठ बोल बोल के। ते फिर बंदा पवित्र होएगा किस तरह बिना ज्ञान तो। ते फिर अपवित्र बंदा जिहड़ा है, अपवित्र हो गया जिहड़ा, जिहदे इन्नी अपवित्रता इकट्ठी कीती, वो फिर आत्मा जिहड़ी है उहनूं फिर बन के लै जाया जांदा है, पकड़ के लै जाया जांदा है। मौत दा देवता उहनूं पकड़ के लै जांदा है। ते पवित्र होण दा इक्को इक रस्ता है कि असीं ध्यान करिए और साडी आत्मा जागे और सानूं अंदरों ज्ञान होए। जिथे श्री गुरु नानक देव जी ने यह सानूं पवित्रता और अपवित्रता बारे च दसिया, उत्थे दसिया सेवा दा सिद्धांत की है। सेवा असी करने आ सारे, हर कोई सेवा करना चाहता है, लेकिन सेवा सफल ओदी है जो गुरु नूं पा जाए, गुरु नूं अच्छी लगे। सा सेवा कीती सफल है जित सतगुर का मन मन्ने। जेड़ी सेवा गुरु नूं अच्छी लग जाए वो सेवा सफल है। असी अपनी मन मर्जी नाल कोई भी सेवा करिए, लेकिन गुरु नूं अच्छी लग रही कि नहीं लग रही, जब तक गुरु नूं सेवा साडी पसंद नहीं आई, अच्छी नहीं लगी गुरु दे मन नूं,
ਤੇ ਤੁਹਾਡੀ ਸੇਵਾ ਨੂੰ ਫਲ ਨਹੀਂ ਲੱਗਦਾ। ਫਲ ਉਸ ਸੇਵਾ ਨੂੰ ਲੱਗਦਾ ਹੈ ਜਿਹੜੀ ਗੁਰੂ ਨੂੰ ਪਸੰਦ ਆ ਜਾਂਦੀ ਹੈ। ਤੇ ਜੇ ਗੁਰੂ ਨੂੰ ਪਸੰਦ ਆ ਗਈ, ਗੁਰੂ ਦਾ ਮਨ ਪ੍ਰਸੰਨ ਹੋ ਗਿਆ, ਤੇ ਫਿਰ ਪਾਪਾਂ ਦੇ ਜਿਹੜੇ ਕਰਮ ਕੀਤੇ ਨੇ, ਅਸੀਂ ਪਾਪ ਕਰਮ ਕੀਤੇ ਨੇ, ਫਿਰ ਉਹ ਸਾਰੇ ਛੱਡ ਕੇ ਚਲੇ ਜਾਂਦੇ ਨੇ। ਤੇ ਜਿਸ ਵੇਲੇ ਪਰਮਾਤਮਾ ਨੇ ਕਿਸੇ ਨੂੰ ਕੁਝ ਦੇਣਾ ਹੁੰਦਾ ਹੈ ਨਾ, ਤੇ ਫਿਰ ਉਹਨੂੰ ਪਹਿਲੇ ਸਭ ਤੋਂ ਸੇਵਾ ਦਿੱਤੀ ਜਾਂਦੀ ਹੈ, ਉਹਦੇ ਅੰਦਰ ਪ੍ਰੇਰਣਾ ਕੀਤੀ ਜਾਂਦੀ ਕਿ ਉਹ ਸੇਵਾ ਕਰੇ। ਔਰ ਸੇਵਾ ਅਸੀਂ ਆਪਣੇ ਆਪ ਨਹੀਂ ਕਰ ਸਕਦੇ, ਸੇਵਾ ਵੀ ਉਹ ਕਰਾਏ ਤਾਂ ਅਸੀਂ ਕਰ ਸਕਦੇ ਹਾਂ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ, ਲੇਕਿਨ ਮੈਂ ਆਪਣੀ ਬੁੱਧੀ ਨਾਲ, ਆਪਣੇ ਦਿਮਾਗ ਨਾਲ ਸ਼ੇਅਰ ਨਹੀਂ ਕਰ ਰਹੀ। ਪਰਮਾਤਮਾ ਜੋ ਸੋਝੀ ਦੇ ਰਿਹਾ, ਸਮਝ ਦੇ ਰਿਹਾ, ਉਸ ਹਿਸਾਬ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਅਗਰ ਅੱਜ ਅਸੀਂ ਧਿਆਨ ਪ੍ਰਚਾਰ ਕਰ ਰਹੇ ਹਾਂ, ਦੂਸਰਿਆਂ ਨੂੰ ਸਿਖਾ ਰਹੇ ਹਾਂ, ਅਸੀਂ ਆਪਣੀ ਬੁੱਧੀ ਨਾਲ ਨਹੀਂ ਸਿਖਾ ਰਹੇ, ਪਰਮਾਤਮਾ ਸਾਡੇ ਕੋਲੋਂ ਸੇਵਾ ਲੈ ਰਿਹਾ। ਕਹਿੰਦੇ ਨੇ ਜਿਸ ਵੇਲੇ ਪਰਮਾਤਮਾ ਨੇ ਕਿਸੇ ਨੂੰ ਕੁਝ ਦੇਣਾ ਹੁੰਦਾ ਹੈ ਨਾ, ਤੇ ਸਭ ਤੋਂ ਪਹਿਲੇ ਉਹਨੂੰ ਸੇਵਾ ਦੇ ਪਾਸੇ ਪ੍ਰੇਰਦਾ ਹੈ ਕਿ ਉਹ ਸੇਵਾ ਕਰੇ। ਜਿਸ ਤਰ੍ਹਾਂ ਇਸ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਕੋਈ ਕੰਪਨੀ ਹਾਇਰ ਕਰਦੀ ਹੈ ਕਿਸੇ ਆਪਣੇ EMPLOYEE ਨੂੰ, ਤੇ ਹੁਣ ਹਾਇਰ ਕੀਤਾ ਹੈ, ਉਹਨੇ ਨੌਕਰੀ ਤੇ ਰੱਖਿਆ ਹੈ, ਤੇ ਫਿਰ ਉਹਨੇ ਮਿਹਨਤਾਨਾ ਤੇ ਦੇਣਾ ਹੀ ਹੈ। ਤੇ ਐਸੇ ਤਰ੍ਹਾਂ ਅਧਿਆਤਮ ਵਿੱਚ ਕਹਿੰਦੇ ਨੇ ਕਿ ਜੇ ਪਰਮਾਤਮਾ ਕਿਸੇ ਨੂੰ ਸੇਵਾ ਦਿੰਦਾ ਹੈ, ਤੇ ਬੰਦਾ ਇਸ ਗੱਲ ਦਾ ਹੰਕਾਰ ਨਾ ਕਰੇ ਕਿ ਮੈਂ ਕਰ ਰਿਹਾ, ਪਰਮਾਤਮਾ ਕਰਾ ਰਿਹਾ ਹੈ, ਕਿਉਂਕਿ ਪਰਮਾਤਮਾ ਉਹਨੂੰ ਕੁਝ ਦੇਣਾ ਚਾਹੁੰਦਾ ਹੈ। ਤੇ ਜਿਸ ਵੇਲੇ ਉਹ ਤਨ ਮਨ ਧਨ ਨਾਲ ਸੇਵਾ ਕਰੇਗਾ, ਤੇ ਫਿਰ ਉਹਦੀ ਮਿਹਨਤ ਨੂੰ, ਜਿਸ ਦਿਨ ਪਰਮਾਤਮਾ ਖੁਸ਼ ਹੋ ਗਿਆ, ਉਹਦੀ ਮਿਹਨਤ ਨੂੰ ਫਲ ਲੱਗੇਗਾ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਹਰ ਤਰ੍ਹਾਂ ਦੇ ਮੁਕਤੀ ਦੇਣ ਵਾਲੀ, ਹਰ ਤਰ੍ਹਾਂ ਦੇ ਭੋਗ ਦੇਣ ਵਾਲੀ, ਔਰ ਉਹ ਯੁਕਤੀ ਦੇਣ ਵਾਲੀ, ਮੁਕਤੀ ਦੀ ਯੁਕਤੀ ਦੇਣ ਵਾਲੀ, ਭੋਗ ਦੀ ਯੁਕਤੀ ਦੇਣ ਵਾਲੀ ਪਰਮਾਤਮਾ ਦੀ ਸੇਵਾ ਹੈ। ਲੇਕਿਨ ਉਹ ਸੇਵਾ ਜਿਹੜੀ ਉਹ ਆਪ ਕਰਾਏ। ਹੁਣ ਅਸੀਂ ਇਹ ਸੋਚੀਏ ਕਿ ਛੋਟੀ ਜਿਹੜੀ ਸੇਵਾ ਹੈ, ਮੰਨ ਲਓ ਵਾਸ਼ਰੂਮ ਸਾਫ਼ ਕਰਨ ਦੀ ਹੈ, ਟਾਇਲਟ ਸਾਫ਼ ਕਰਨ ਦੀ ਹੈ, ਜੋੜਿਆਂ ਦੀ ਸੇਵਾ ਹੈ, ਜਾਂ ਪੋਚਾ ਝਾੜੂ ਮਾਰਨ ਦੀ ਸੇਵਾ ਹੈ, ਇਹ ਛੋਟੀ ਸੇਵਾ ਹੈ। ਤੇ ਅਗਰ ਅਸੀਂ ਲੰਗਰ 'ਚ ਸੇਵਾ ਕਰਨੇ ਆ, ਉਹ ਵੱਡੀ ਸੇਵਾ ਨਹੀਂ। ਸੇਵਾ ਦਾ ਸਿਧਾਂਤ, ਕੋਈ ਸੇਵਾ ਵਿੱਚ ਫਰਕ ਨਹੀਂ ਹੈ। ਕੋਈ ਵੀ ਸੇਵਾ ਜਿਹੜੀ ਅਸੀਂ ਕਰਨੇ ਆ, ਉਹ ਸੇਵਾ ਜੇ ਪਰਮਾਤਮਾ ਨੂੰ ਅੱਛੀ ਲੱਗ ਜਾਏ, ਤੇ ਉਹ ਮੁਕਤੀ ਭੁਕਤੀ ਔਰ ਜੁਗਤੀ ਜਿਹੜੀ ਹੈ ਉਹ ਮਿਲ ਜਾਂਦੀ ਹੈ ਉਸ ਆਤਮਾ ਨੂੰ। ਤੇ ਉਹ ਸੇਵਾ ਉਹੀ ਹੈ ਜਿਹੜੀ ਸੇਵਾ ਪਰਮਾਤਮਾ ਆਪ ਕਰਾਂਦਾ ਹੈ। ਕੋਈ ਸਾਡੀ ਬੁੱਧੀ ਜਾਂ ਸਾਡੀ ਹਿੰਮਤ ਨਹੀਂ ਹੈ ਕਿ ਅਸੀਂ ਕਰ ਸਕੀਏ। ਅੱਜ ਪਰਮਾਤਮਾ ਸਾਡੇ ਅੰਦਰ ਜਰਾ ਜੀ ਕੋਈ ਹੰਕਾਰ ਸਾਡਾ ਤੋੜਨ ਲਈ, ਜਰਾ ਜੀ ਸਾਡੀ ਕੋਈ ਅੰਦਰੋਂ ਨਸ ਹੀ ਲਾ ਦੇਣਾ, ਤੇ ਅਸੀਂ ਗੱਲ ਕੀ, ਅਸੀਂ ਜੀਭ ਵੀ ਨਹੀਂ ਹਿਲਾ ਸਕਦੇ। ਗੱਲਾਂ ਕਰਨੀ ਤੇ ਦੂਰ ਦੀ ਗੱਲ ਹੈ, ਅਸੀਂ ਜੀਭ ਹਿਲਾ ਹੀ ਨਹੀਂ ਸਕਦੇ, ਅਸੀਂ ਹੱਥ ਪੈਰ ਹਿਲਾ ਹੀ ਨਹੀਂ ਸਕਦੇ। ਦਿਮਾਗ ਹੀ ਨਾ ਚੱਲੇ ਤਾਂ ਬੰਦਾ ਕੀ ਕਰ ਸਕਦਾ ਹੈ। ਤੇ ਤਾਂ ਹੀ ਕਹਿੰਦੇ ਨੇ ਸੇਵਾ ਉਹ ਹੈ ਜਿਹੜੀ ਪਰਮਾਤਮਾ ਆਪ ਕਰਾਏ। ਔਰ ਸੇਵਾ ਔਰ ਸਾਧਨਾ, ਇਹ ਦੋਨੋਂ ਆਤਮਾ ਦੇ ਪੰਖ ਨੇ। ਕੋਈ ਬੰਦਾ ਕਿ ਮੈਂ ਸੇਵਾ ਹੀ ਕਰਦਾ ਰਹਾ, ਸਾਧਨਾ ਦੀ ਮੈਨੂੰ ਜ਼ਰੂਰਤ ਨਹੀਂ ਹੈ, ਮੈਂ ਸਾਧਨਾ ਹੀ ਕਰਦਾ ਰਹਾ, ਮੈਨੂੰ ਸੇਵਾ ਕਰਨ ਦੀ ਲੋੜ ਨਹੀਂ। ਸੇਵਾ ਔਰ ਸਾਧਨਾ ਜਿਨ੍ਹਾਂ ਨੇ ਵੀ ਪਾਇਆ ਗੁਰੂ ਘਰ ਵਿੱਚ, ਨਾਲ ਮਿਹਨਤ ਕੀਤੀ, ਕਮਾਈ ਕੀਤੀ, ਸਾਧਨਾ ਕੀਤੀ, ਨਾਮ ਜਪਿਆ, ਨਾਲ ਸੇਵਾ ਕੀਤੀ। ਔਰ ਜਿੱਥੇ ਸਤਸੰਗ ਹੁੰਦਾ ਹੈ, ਉਹਨੂੰ ਬੈਕੁੰਠ ਕਿਹਾ ਗਿਆ। ਤਹ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਉਹ ਜਿੱਥੇ ਬੈਠ ਕੇ ਸੰਤ ਜਨ ਪਰਮਾਤਮਾ ਦਾ ਗੁਣਗਾਨ ਕਰਦੇ ਨੇ, ਉਹੀ ਬੈਕੁੰਠ ਹੈ। ਤੇ ਉਹਦੇ ਲਈ ਮਨ ਵਿੱਚ ਸ਼ਰਧਾ ਵੀ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ, ਤਾਂ ਬੰਦਾ ਸਤਸੰਗ ਵਿੱਚ ਜਾਂਦਾ ਹੈ। ਤੇ ਇਸ ਵਾਸਤੇ ਇਸ ਗੱਲ ਦਾ ਅਸੀਂ ਮਾਨ ਨਾ ਕਰੀਏ ਕਿ ਅਸੀਂ ਤੇ ਬੜੀ ਸੇਵਾ ਕਰ ਰਹੇ ਹਾਂ। ਨਹੀਂ, ਸੇਵਾ ਪਰਮਾਤਮਾ ਕਰਾ ਰਿਹਾ ਹੈ। ਔਰ ਜਿਸ ਦਿਨ ਉਹਨੂੰ ਪਸੰਦ ਆ ਗਈ ਸਾਡੀ ਸੇਵਾ, ਉਹਦੇ ਮਨ ਨੂੰ ਭਾ ਗਈ, ਸਾਡਾ ਉਸ ਵੇਲੇ ਸਭ ਕੁਝ ਆਤਮਾ ਦਾ, ਮੁਕਤੀ ਭੁਕਤੀ ਜੁਗਤੀ ਸਭ ਉਹਨੂੰ ਮਿਲ ਜਾਏਗਾ। ਸੰਗਤ, ਜਿੱਥੇ ਸਾਧ ਜਨ ਬੈਠ ਕੇ, ਸੱਜਣ ਪੁਰਸ਼ ਬੈਠ ਕੇ ਪਰਮਾਤਮਾ ਦੀਆਂ ਗੱਲਾਂ ਕਰਦੇ ਨੇ, ਉਹਨੂੰ ਸਤਸੰਗ ਸਾਧ ਸੰਗਤ ਕਿਹਾ ਗਿਆ, ਉਹਨੂੰ ਸਾਧ ਸੰਗਤ ਕਿਹਾ ਗਿਆ, ਸੰਤਾਂ ਦੀ ਸੰਗਤ ਕਿਹਾ ਗਿਆ। ਤੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹਨੂੰ ਸਤ ਸੰਗਤ ਮਿਲ ਗਈ, ਉਹਦਾ ਫਿਰ ਪਾਰ ਉਤਾਰਾ ਹੋ ਗਿਆ। ਸੰਗਤ ਦੀ ਇੰਨੀ ਮਹਾਨਤਾ ਹੈ। ਕੋਈ ਇਹ ਸੋਚੇ ਕਿ ਮੈਂ ਤੇ ਬੜੀ ਸਾਧਨਾ ਕਰ ਰਿਹਾ, ਮੈਨੂੰ ਸੰਗਤ ਦੀ ਲੋੜ ਨਹੀਂ ਹੈ। ਕਹਿੰਦੇ ਨਹੀਂ, ਕਦੀ ਤੁਹਾਡੀ ਕਿੰਨੀ ਵੀ ਉੱਚੀ ਅਵਸਥਾ ਹੋ ਜਾਏ, ਸੰਗਤ ਨਹੀਂ ਛੱਡਣੀ। ਸੰਗਤ ਅਗਰ ਅਸੀਂ ਛੱਡਾਂਗੇ, ਅਸੀਂ ਪਿੱਛੇ ਚਲੇ ਜਾਵਾਂਗੇ। ਐਸੇ ਵਾਸਤੇ ਜਿੰਨੇ ਸੰਤ ਮਹਾਤਮਾ ਮਹਾਂਪੁਰਸ਼ ਹੋਏ ਨੇ, ਗੁਰੂ ਪੀਰ ਵੀ ਹੋਏ ਨੇ, ਉਹਨਾਂ ਨੇ ਸਤਸੰਗ ਨੂੰ ਸਭ ਤੋਂ ਉੱਤੇ ਰੱਖਿਆ। ਔਰ ਪਤਰੀ ਜੀ ਨੇ ਕਿਹਾ 33% ਅਗਰ ਧਿਆਨ ਹੈ, 33% ਸਵਾਧਿਆ ਵੇ, ਤੇ 34% ਸੰਗਤ ਹੈ। ਸੰਗਤ ਨੂੰ ਧਿਆਨ ਔਰ ਸਵਾਧਿਆ ਤੋਂ ਵੀ ਉੱਤੇ ਰੱਖਿਆ ਗਿਆ। ਤੇ ਸੰਗਤ ਵਿੱਚ ਆ ਕੇ ਸੁੱਕੇ ਮਨ ਜਿਹੜੇ ਨੇ ਉਹ ਹਰੇ ਹੋ ਜਾਂਦੇ ਨੇ। ਕਹਿੰਦੇ ਨੇ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ। ਜਿਸ ਵੇਲੇ ਮੈਨੂੰ ਸਾਧੂਆਂ ਦੀ ਪਵਿੱਤਰ ਸੰਗਤ ਮਿਲੀ, ਸਾਧੂ ਜਨਾਂ ਦੀ,
ਤੇ ਮੇਰਾ ਜਿਹੜਾ ਮਨ ਹੈ ਉਹ ਵਿਚਾਰਾਂ ਤੋਂ ਛੁੱਟ ਗਿਆ, ਮੁਕਤ ਹੋ ਗਿਆ, ਆਪਣੇ ਹੀ ਬੰਧਨ ਤੋਂ ਮਨ ਮੁਕਤ ਹੋ ਗਿਆ। ਇਹ ਸਾਧ ਸੰਗਤ ਦਾ, ਸੱਜਣ ਸੰਗਤ ਦਾ ਪ੍ਰਭਾਵ ਹੈ ਕਿ ਜਿਸ ਵੇਲੇ ਅਸੀਂ ਉਹਨਾਂ ਦੇ ਨੇੜੇ ਬੈਠਦੇ ਹਾਂ ਸਾਡਾ ਮਨ ਆਪੇ ਹੀ ਸ਼ਾਂਤ ਹੋ ਜਾਂਦਾ ਹੈ, ਖਾਲੀ ਹੋ ਜਾਂਦਾ ਹੈ, ਔਰ ਅਸੀਂ ਆਪਣੇ ਹੀ ਮਨ ਦੇ ਜਾਲ ਤੋਂ ਬਾਹਰ ਆ ਜਾਂਦੇ ਹਾਂ। ਤੇ ਐਸੀ ਸੰਗਤ, ਐਸੇ ਸੰਤ ਜਨਾਂ ਦੀ, ਸਾਧਾਂ ਦੀ ਸੰਗਤ ਬੜੇ ਉੱਚੇ ਭਾਗਾਂ ਨਾਲ ਮਿਲਦੀ ਹੈ, ਕੋਈ ਐਵੇਂ ਹੀ ਨਹੀਂ ਮਿਲ ਜਾਂਦੀ। ਸਾਧ ਸੰਗਤ ਕੇ ਸੰਗ ਵਸੇ ਵੱਡ ਭਾਗੀ ਪਾਏ। ਸਾਧ ਸੰਗਤ ਵਿੱਚ ਰਹਿਣਾ ਔਰ ਸੰਤ ਜਨਾਂ ਦੀ ਸੇਵਾ ਕਰਨਾ ਇਹ ਬੜੇ ਉੱਚੇ ਕਰਮ ਨੇ, ਤਾਂ ਇਹ ਸੰਗਤ ਮਿਲਦੀ ਏ। ਔਰ ਬਿਨ ਭਾਗਾ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਸੰਗਤ बिना ਭਾਗਾਂ ਤੋਂ ਨਹੀਂ ਮਿਲਦੀ, ਔਰ ਅਗਰ ਸੰਗਤ ਤੋਂ ਬੰਦਾ ਅਲੱਗ ਹੋ ਜਾਏ ਤੇ ਫਿਰ ਮੈਲ ਹੀ ਉਹਦੇ ਮਨ ਚ ਭਰੀ ਜਾਂਦੀ ਹੈ, ਕਿਉਂਕਿ ਸੰਗਤ ਵਿੱਚ ਜਾਏਗਾ, ਦੂਜਿਆਂ ਦੇ ਅਨੁਭਵ ਸੁਨੇਗਾ, ਵਿਚਾਰ ਵਟਾਂਦਰਾ ਕਰੇਗਾ, ਉਹਨੂੰ ਪਤਾ ਚੱਲੇਗਾ ਅਜੇ ਬਹੁਤ ਅੱਗੇ ਜਾਣਾ ਹੈ। ਲੇਕਿਨ ਜੇ ਘਰ ਬਹਿ ਕੇ ਆਪ ਹੀ ਸਾਧਨਾ ਕਰਕੇ ਉਹ ਕੁਝ ਦਿਖ ਰਿਹਾ, ਪਰਮਾਤਮਾ ਕੁਝ ਦਿਖਾ ਰਿਹਾ ਤੇ ਉਹਦੇ ਚ ਹੀ ਖੁਸ਼ ਰਹੇਗਾ ਤੇ ਉਹ ਹੌਲੀ ਹੌਲੀ ਹੰਕਾਰ ਬਣ ਜਾਏਗਾ ਕਿ ਮੈਂ ਤੇ ਬਹੁਤ ਪਹੁੰਚ ਗਿਆ। ਲੇਕਿਨ ਜਿਸ ਵੇਲੇ ਸੰਗਤ ਵਿੱਚ ਬੈਠ ਕੇ ਦੂਜਿਆਂ ਦਾ ਵੀ ਸੁਨੇਗਾ फिर पता चलेगा अजे रस्ता बहुत लंबा है, अगे बहुत अगे जाना है, मैं ही नहीं मेरे तो अगे भी बहुत लोग ने। ते इस वास्ते संगत नूं सब तो ज्यादा हर धर्म विच, हर ग्रंथ विच महानता दिती गई। ते बंदा किन्ना भी परमात्मा दे नेड़े हो जाए लेकिन फिर भी संगत नहीं छड्डदी, संगत करदे ही रहना, क्योंकि संगत तो बिना फिर मन नूं मैल लग जांदी है। ते श्री गुरु नानक देव जी ने जपजी साहिब विच सानूं 5 पड़ाव दसे कि जेड़ा बंदा ਜਿਹੜੀਆਂ ਜਪਜੀ ਸਾਹਿਬ ਦੀਆਂ 38 ਪੌੜੀਆਂ 1 ਓਂਕਾਰ ਤੋਂ ਸ਼ੁਰੂ ਹੋ ਕੇ ਫਿਰ ਉਹਨਾਂ ਨੇ ਦੱਸਿਆ ਪਰਮਾਤਮਾ ਨੂੰ ਪਾਇਆ ਕਿਸ ਤਰ੍ਹਾਂ ਜਾ ਸਕਦਾ ਹੈ, ਉਹ ਪੌੜੀਆਂ ਦੱਸੀਆਂ ਸਾਨੂੰ। ਫਿਰ ਆਖਰੀ ਤੱਤ ਨਿਰਣਾ ਕੀਤਾ ਕਿ ਇਹ ਜਿਹੜਾ ਬੰਦਾ ਇਸ ਰਸਤੇ ਤੇ ਚੱਲੇਗਾ ਉਹਦੇ ਰਸਤੇ 'ਚ ਕੀ ਕੀ ਚੀਜ਼ਾਂ ਆਣਗੀਆਂ ਤਾਂ ਕਿ ਉਹਨੂੰ ਪਤਾ ਰਹੇ ਕਿ ਹੁਣ ਮੈਂ ਕਿਹੜੇ ਅਵਸਥਾ ਤੇ ਕਿਹੜੀ ਜਗ੍ਹਾ ਤੇ ਪਹੁੰਚਿਆ ਵਾਂ। ਤੇ 4 ਅਵਸਥਾ ਕਹੀਆਂ ਨੇ, 4 ਖੰਡ ਕਹੇ ਨੇ, 4 ਡਾਇਮੈਂਸ਼ਨਸ ਕਹੀਆਂ ਨੇ। ਪੰਜਵਾਂ ਜਿਹੜਾ ਹੈ ਸੱਚਖੰਡ, ਉਹ ਆਤਮਾ ਦਾ ਗੋਲ ਹੈ। ਤੇ ਸਭ ਤੋਂ ਪਹਿਲੇ ਕਿਹਾ ਧਰਮਸ਼ਾਲ, ਇਸ ਧਰਤੀ ਨੂੰ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਇਹਨੂੰ ਧਰਮਸ਼ਾਲ ਕਿਹਾ ਕਿ ਇੱਥੇ ਅਸੀਂ ਧਰਮ ਸਿੱਖਣ ਆਨੇ ਆ। ਔਰ परमात्मा ਦਾ ਦਰਬਾਰ ਸੱਚਾ ਹੈ ਔਰ परमात्मा ਆਪ ਸੱਚਾ ਹੈ। ਔਰ परमात्मा ਦੀ ਖੁਸ਼ੀ ਉਹਨੂੰ ਮਿਲਦੀ ਹੈ ਜਿਹੜੇ ਸੰਤ ਪੁਰਸ਼ ਆਪਣੇ ਤੇ ਕੰਮ ਕਰਦੇ ਨੇ, ਸਾਧਨਾ ਕਰਦੇ ਨੇ, ਫਿਰ ਉਹਨਾਂ ਦੇ ਮੱਥੇ ਤੇ ਉਹ ਨਿਸ਼ਾਨ ਹੋ ਜਾਂਦਾ ਹੈ परमात्मा ਦਾ। ਤੇ ਫਿਰ ਉਹਨਾਂ ਨੂੰ ਜਿਸ ਵੇਲੇ ਸ਼ਰੀਰ ਛੱਡ ਕੇ ਜਾਂਦੇ ਨੇ ਕੋਈ ਪੁੱਛਦਾ ਨਹੀਂ ਕਿੱਥੋਂ ਆਏ ਹੋ, ਕਿੱਥੇ ਜਾ ਰਹੇ ਹੋ, ਉਹ ਕਿਧਰੇ ਵੀ ਜਾ ਸਕਦੇ ਨੇ ਬ੍ਰਹਿਮੰਡ ਵਿੱਚ, ਕਿਉਂਕਿ ਉਹਨਾਂ ਨੇ ਉਨੀ ਸਾਧਨਾ ਕੀਤੀ ਔਰ ਕਈਆਂ ਨੂੰ ਸਾਧਨਾ ਦਾ ਮਾਰਗ ਦੱਸਿਆ। ਹੁਣ ਧਰਮ ਦਾ ਮਤਲਬ ਇੱਥੇ ਸਿੱਖ ਧਰਮ, ਹਿੰਦੂ ਧਰਮ ਜਾਂ ਮੁਸਲਮਾਨ ਧਰਮ ਨਹੀਂ ਹੈ। ਧਰਮ ਦਾ ਮਤਲਬ ਹੈ ਕਿ ਮੇਰਾ ਵਿਵਹਾਰ ਕਿਸ ਤਰ੍ਹਾਂ ਦਾ ਹੈ। ਅਸੀਂ ਜਿਸ ਤਰ੍ਹਾਂ ਮੰਨ ਲਓ ਇੱਕ ਕੰਟਰੀ ਚੋਂ ਦੂਸਰੀ ਕੰਟਰੀ ਜਾਂਦੇ ਆ ਤੇ ਅਸੀਂ ਕਹੀ ਨਹੀਂ ਅਸੀਂ ਤੇ ਉੱਥੇ ਇੰਡੀਆ ਚ ਇੰਜ ਹੀ ਕਰਦੇ ਨੇ, ਅਸੀਂ ਇੱਥੇ ਵੀ ਇੰਜ ਹੀ ਕਰਨਾ, ਨਹੀਂ। ਉੱਥੇ ਹਰ ਇੱਕ ਦੇਸ਼ ਦੇ ਆਪਣੇ ਨਿਯਮ ਨੇ। ਐਸੇ ਤਰ੍ਹਾਂ ਉੱਤੇ ਦੇ ਲੋਕਾਂ ਦੇ ਔਰ ਧਰਤੀ ਦੇ ਅਲੱਗ-ਅਲੱਗ ਆਪਣੇ ਆਪਣੇ ਨਿਯਮ ਨੇ। ਧਰਤੀ ਤੇ ਆ ਕੇ ਅਸੀਂ ਮਿਲ ਜੁਲ ਕੇ ਰਹਿਣਾ, ਪ੍ਰੇਮ ਨਾਲ, ਦਇਆ ਕਰੁਣਾ ਸਿੱਖਣ ਆਏ ਆ। ਤੇ ਜੇ ਉਹ ਨਹੀਂ ਸਿੱਖੀ ਦਇਆ ਤੇ ਫਿਰ ਬਾਰ-ਬਾਰ ਆਣਾ ਪਏਗਾ। ਜੇ ਪ੍ਰੇਮ ਨਾਲ ਰਹਿਣਾ ਨਹੀਂ ਸਿੱਖਿਆ ਫਿਰ ਬਾਰ-ਬਾਰ ਧਰਤੀ ਤੇ ਆਣਾ ਪਏਗਾ। ਤੇ ਇੱਥੇ ਅਸੀਂ ਧਰਮ ਸਿੱਖਣ ਆਨੇ ਆ। ਫਿਰ ਜਿਹੜਾ ਬੰਦਾ ਆਪਣੇ ਧਰਮ ਦਾ ਪਾਲਨ ਕਰਦਾ ਹੈ ਫਿਰ ਉਹਨੂੰ ਫਿਰ ਅੰਦਰੋਂ ਗਿਆਨ ਮਿਲਦਾ ਹੈ। ਸਾਡਾ ਧਰਮ ਹੈ ਸਵਧਰਮ, ਆਪਣੇ ਆਪ ਦੇ ਪ੍ਰਤੀ ਸਾਡਾ ਕੀ ਧਰਮ ਹੈ, ਪਰ ਧਰਮ ਦੂਜਿਆਂ ਦੇ ਪ੍ਰਤੀ ਕੀ ਧਰਮ ਹੈ, ਫਿਰ ਸਮਾਜ ਦੇ ਪ੍ਰਤੀ ਸਾਡਾ ਕੀ ਧਰਮ ਹੈ। ਸਿਰਫ ਇਹ ਹੀ ਨਹੀਂ ਕਿ ਮੈਂ ਖਾਦਾ ਪੀਤਾ ਸੋ ਗਈ, ਆਪਣੇ ਪਰਿਵਾਰ ਦੀ ਦੇਖਭਾਲ ਕੀਤੀ, ਮੈਂ ਆਪਣਾ ਧਰਮ ਨਿਭਾ ਰਹੀ ਹਾਂ, ਨਹੀਂ। ਇੱਕ ਅਗਰ ਟੀਚਰ ਹੈ ਉਹਦਾ ਧਰਮ ਕੀ ਹੈ, ਇੱਕ ਡਾਕਟਰ ਹੈ ਉਹਦਾ ਧਰਮ ਕੀ ਹੈ, ਇੱਕ ਇੰਜੀਨੀਅਰ ਹੈ ਉਹਦਾ ਧਰਮ ਕੀ ਹੈ। ਹਰ ਇੱਕ ਫੀਲਡ ਵਿੱਚ ਜੋ ਵੀ ਅਸੀਂ ਕੰਮ ਕਰਨੇ ਆ, ਅਗਰ ਕੋਈ ਮਾਲਿਕ ਹੈ ਮਾਲਿਕ ਦਾ ਧਰਮ ਕੀ ਹੈ, ਅਗਰ ਕੋਈ ਨੌਕਰ ਹੈ ਨੌਕਰ ਦਾ ਧਰਮ ਕੀ ਹੈ। ਆਪਣਾ 100% ਆਪਣੇ ਉਸ ਕੰਮ ਨੂੰ ਦੇਣਾ ਜਿਹੜਾ ਹੱਥ ਵਿੱਚ ਲਿਆ ਹੋਇਆ। ਇਹ ਨਹੀਂ ਕਿ ਅੱਧਾ ਅਧੂਰਾ ਕੀਤਾ ਤੇ ਅਸੀਂ ਧਰਮ ਨਹੀਂ ਸਿੱਖ ਰਹੇ। ਧਰਮ ਸਿੱਖਣੇ ਦਾ ਮਤਲਬ ਹੈ ਕਿ ਅਸੀਂ ਆਪਣਾ ਪੂਰਾ 100% ਉਸ ਚੀਜ਼ ਨੂੰ ਦੇਣਾ ਹੈ ਤਨ ਮਨ ਨਾਲ, ਤੇ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਣਾ ਹੈ। ਤੇ ਜਿਸ ਵੇਲੇ ਅਸੀਂ ਆਪਣੀ ਜ਼ਿੰਮੇਵਾਰੀਆਂ ਨਿਭਾਵਾਂਗੇ, ਆਪਣੇ ਪ੍ਰਤੀ ਸਵਧਰਮ ਨਿਭਾਵਾਂਗੇ, ਪਰ ਧਰਮ ਨਿਭਾਵਾਂਗੇ, ਔਰ ਅਸੀਂ ਸਮਾਜ ਦੇ ਪ੍ਰਤੀ ਸਾਡਾ ਕੀ ਧਰਮ ਹੈ, ਜਿਸ ਸਮਾਜ 'ਚ ਅਸੀਂ ਰਹਿ ਰਹੇ ਹਾਂ, ਜੇ ਅਸੀਂ ਧੋਖਾਧੜੀ, ਬੇਈਮਾਨੀ ਇਹ ਸਭ ਚੀਜ਼ਾਂ ਕਰ ਰਹੇ ਹਾਂ ਤੇ ਫਿਰ ਅਸੀਂ ਧਰਮ ਨਹੀਂ ਨਿਭਾ ਰਹੇ, ਜਿਹਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਸਿਧਾਂਤ ਦਿੱਤਾ, ਕਿਰਤ ਕਰੋ।
ईमानदारी दी कमाई करो। ते जेड़ा बंदा अपने आप दे प्रति ईमानदार है, अपने आप दे प्रति किस तरह ईमानदार है कि 24 घंटे चो 2.5 घंटे वो अपनी आत्मा दे प्रगति लई, आत्मा नूं उत्ते उठाण लई वो 2.5 घंटे अपने आप नूं दे रहा है, वो स्वधर्म निभा रहा है। फिर वो साधना करन तो बाद बाकी जेड़ा टाइम बचिया ओदे विच ओदियां की जिम्मेदारियां ने, वो धर्म अनुसार अपनी जिम्मेदारियां निभा रहा है। फिर अपने परिवारिक जिम्मेदारियां दे नाल नाल ओदा समाज दे प्रति की धर्म है वो निभा रहा है, क्योंकि असी इस धरती ते आए हां ते साडे इत्थे रहण नाल धरती नूं असी होर सुंदर बनाइए, सोहना बनाइए, ओदी सुंदरता नूं बिगाड़िए ना, पेड़ पौधे तोड़ के, जानवरां नूं मार के असी ओदी सुंदरता नूं ना बिगाड़िए, असी ओनू होर सुंदर बनाइए, सोना बनाइए, ते असी धर्म निभा रहे हैं अपना। फिर जिस वेले बंदा अपना धर्म ईमानदारी नाल निभाएगा, फिर ओनू अपने आत्मा तो ही ज्ञान होएगा कि मैं किस तरीके नाल इस ज्ञान नू अपना के रहना है। ओदी चेतना जिहड़ी है ओदे अंदर बदलाव आ जाएगा। जिम्मेदारियां निभांदे निभांदे ओनू यह पता चल जाएगा कि मैं अपना धर्म निभाया, परिवार दा धर्म निभाया, मेरा हुण मानवता दे प्रति की धर्म है। ओ मैं तो निकल के, मैं और मेरा तो निकल के ओदी जिहड़ी चेतना है वो इन्नी विकसित हो जाती है, ओनू आत्मा आत्मा दी आत्मा तो ज्ञान मिलता है ओनू। फिर ओनू पता चलता है कि मेरा, मैं तो उत्ते की धर्म है। ओदी चेतना बहुत अगे वध जाती है, ओदी जागरूकता वध जाती है। हुण ओ अपने जिहड़े व्यक्तिगत ओदी रियलिटी है, जो व्यक्तिगत वास्तविकता है, जिहड़ा वो छोटे जे कुएं च रह रहा सी, हुण ओनू पता चलदा है मैं ते सृष्टि दा एक हिस्सा वां। ते ओनू ओ जिहड़ी अल्टीमेट रियलिटी है, कॉस्मिक रियलिटी जिन्नू कहा जाता है, ब्रह्मांडीय चेतना कहा जाता है, ओदी जागरूकता, ओदा ज्ञान मिलन लग जाता है कि मैं जो भी करना ओदा असर पूरे ब्रह्मांड ते किधरे ना किधरे पैंदा है। ओदी चेतना इन्नी विकसित हो जाती है, हुण ओ मैं मेरे चों बाहर आ जाता है। हुण ओनू लगदा है जो हो रहा परमात्मा ही करा रहा है, तू ही तू ही तू ही है, तू ही है, तू ही है। जो भी हो रहा ओदे नाल, अच्छा बुरा जो भी हो रहा है, वो किसी ते शिकायत नहीं करता, किसी ते दोष नहीं देंदा किसी नूं। वो कह रहा जो हो रहा परमात्मा ही करा रहा। हुण वो एक छोटी जी पिक्चर नहीं देखता, हुण सिर्फ मैं मेरे चों निकल के हुण बहुत वड्डा कि ब्रह्मांड दे इस पूरे रचना विच वो ब्रह्मांडीय चेतना नूं देखदा है। कॉस्मिक रियलिटी जिन्हों विश्व चेतना कहा जाता है, वो ओदे विच आ जाता है, विश्व चेतना च आ जाता है, अपनी इंडिविजुअल चेतना तो निकल के। फिर ओदे अंदर विनम्रता आंदी है, शर्मखंड जिन्हों कहा कि विनम्रता आंदी है, अपने सारे कम्मां दे प्रति पूरी ईमानदारी नाल काम निभाना। और फिर वो जिहड़ी सुंदरता आंदी है मेहनत कर करके, ओदी जिहड़ी आत्म चेतना अगे वधदी जांदी है, जागदी जांदी है, ते ऐसा खंड है जिथे फिर ओदी हर एक चीज नवी बनती है। इत्थे ओदी मन बुद्धि, ओदे जिहड़े अंदर दे शरीर ने सारे, ओदी चेतना बदल जाती है। और इस जगह ते कोई बड़े योद्धे सूरबीर जिहड़े कलयुग नाल लड़ संघर्ष करके उत्ते उठदे ने, सिद्ध पुरुष वो पहुंचते ने। हुण जिहड़े असीं ध्यान करने आ और फिर असीं कहने आ कि सानू ए दिस रहा है, ए पता चल रहा है, ते या ए सानू इंट्यूशन नाल पता चल रहा है, या असीं कहने आ कि सानू तकलीफ हो रही है, सानू नाड़ी मंडल साडा जिस वेले शुद्ध होंदा है, नाड़ी मंडल शुद्ध होने की अवस्था है कि फिर वो जिहड़ा धर्म असीं कीता और उत्थों जिहड़ा सानू ज्ञान मिलिया, हुण वो ज्ञान जिहड़ा है वो फिर साडे अंदर दे नाड़ी मंडल नूं शुद्ध करके सानू एक नवा जन्म दिंदा है। अपने आप तो आत्मा सारे जिहड़े ओदे जन्मा जन्मा दे पाप विकार जिहड़े ने वो सब मेहनत कर करके, साधना कर करके वो सब दूर हो जाते हैं। और फिर परमात्मा की कृपा मिलती है, कर्म खंड जिन्हों कहा जाता है। असी ना तो धर्म कमाने आ, ना सानू ज्ञान अंदरों मिलता है, ना असी साधना करने आ, ना असी मेहनत करने आ, बस असी इको गल कहने कि परमात्मा कृपा करे। ते परमात्मा की कृपा तो पहले ए 3 कदम ने जिहड़े असी पुटने ने, फिर परमात्मा कृपा करेगा। फिर हुण ओ एक आदमी आम इंसान नहीं रह जाता, वो जिहड़ा है ओदे अंदर पूरा वो ब्रह्म ज्ञानी की अवस्था ओदी हो जाती है। हुण परमात्मा ही कर रहा ओदे कोलों जो भी कर रहा है, ये अकर्ता की स्थिति जिहड़ा कहंदे ना कर्म करो फल की इच्छा ना करो, ए वो अवस्था हो जाती है कि ओदा कोई नहीं है, वो किसी का नहीं है, फिर भी वो सारियां दा है।
ਉਹਦੇ ਅੰਦਰ ਬਹੁਤ ਜਿਹੜੀਆਂ ਸਪਿਰਚੁਅਲ ਪਾਵਰਸ ਸਭ ਕੁਝ ਆ ਜਾਂਦੀਆਂ ਨੇ। ਪਰਮਾਤਮਾ ਨੂੰ ਸਭ ਕੁਝ ਸੌਂਪ ਦਿੱਤਾ ਹੈ, ਪਰਮਾਤਮਾ ਉਹਦੇ ਥਰੂ ਕੰਮ ਕਰਦਾ ਹੈ, ਲੇਕਿਨ ਉਹਨੂੰ ਕੋਈ ਇਸ ਗੱਲ ਦਾ ਅਹੰਕਾਰ ਨਹੀਂ ਹੁੰਦਾ। ਉਹਨੂੰ ਕੋਈ ਇਸ ਗੱਲ ਦਾ ਅਹੰਕਾਰ ਨਹੀਂ ਕਿ ਮੈਂ ਕਰ ਰਿਹਾ। ਉਹਦੀ ਪਰਮਾਤਮਾ ਦੀ ਇੱਛਾ ਉਹਦੇ ਮਾਧਿਅਮ ਨਾਲ ਪੂਰੀ ਉਹ ਸਭ ਕੰਮ ਹੋਣ ਲੱਗ ਜਾਂਦੇ ਨੇ, ਔਰ ਉਹਦੇ ਹਰ ਇੱਕ ਜਿਹੜਾ ਸ਼ਬਦ ਹੈ, ਜੋ ਵੀ ਉਹ ਮੂੰਹੋਂ ਬੋਲਦਾ ਹੈ, ਉਹ ਪੂਰਾ ਹੋਣ ਲੱਗ ਜਾਂਦਾ। ਉਹਦੇ ਵਾਕ ਸ਼ੁੱਧੀ ਆ ਜਾਂਦੀ, ਸ਼ਬਦਾਂ ਵਿੱਚ ਪਾਵਰ ਆ ਜਾਂਦੀ ਹੈ, ਕਿਉਂਕਿ ਪਰਮਾਤਮਾ ਦੀ ਕਿਰਪਾ ਦਿਨ ਰਾਤ ਹੁਣ ਉਹਦੇ ਤੇ ਬਰਸ ਰਹੀ ਹੈ। ਫਿਰ ਆਂਦਾ ਸੱਚਖੰਡ। ਇਹ ਸਾਡਾ ਡੈਸਟੀਨੇਸ਼ਨ ਹੈ, ਇੱਥੇ ਅਸੀਂ ਪਹੁੰਚਣਾ ਹੈ। ਜਿਸ ਵੇਲੇ ਇੰਨੀ ਸਾਧਨਾ ਕਰਨ ਤੋਂ ਬਾਅਦ ਹੁਣ ਉਹ ਵਿਅਕਤੀਗਤ ਜਿਹੜੀ ਚੇਤਨਾ ਸੀ, ਇੱਕ ਆਤਮਾ ਸੀ, ਹੁਣ ਉਹ ਬ੍ਰਹਮ ਚੇਤਨਾ ਬਣ ਗਈ, ਇੰਨੀ ਵਿਕਸਿਤ ਹੋ ਗਈ ਕਿ ਹੁਣ ਉਹ ਯੂਨੀਵਰਸਲ ਆਇਡੈਂਟੀਟੀ ਬਣ ਗਈ, ਬ੍ਰਹਮ ਚੇਤਨਾ ਬਣ ਗਈ। ਹਰ ਇੱਕ ਉਹਦੇ ਸਰੀਰ ਦਾ ਸੈੱਲ ਅਣੂ ਜਿਹੜੇ ਨੇ ਉਹ ਪਰਮਾਤਮਾ ਦੀ ਜਿਹੜਾ ਪ੍ਰਕਾਸ਼ ਹੈ ਉਹਦੇ ਨਾਲ ਭਰ ਗਏ। ਹੁਣ ਜੋ ਪਰਮਾਤਮਾ ਨੇ ਸ੍ਰਿਸ਼ਟੀ ਚ ਬਣਾਇਆ ਹੈ ਸਭ, ਉਹ ਸਾਖੀ ਭਾਵ ਨਾਲ ਸਭ ਦੇਖਦਾ ਹੈ। ਜੋ ਵੀ ਗ੍ਰਹਿ ਨਕਸ਼ਤਰ ਤਾਰੇ ਜੋ ਵੀ ਆਸ-ਪਾਸ ਹੋ ਰਿਹਾ ਹੈ, ਜੋ ਵੀ ਦੂਜੇ ਬ੍ਰਹਿਮੰਡ ਵਿੱਚ ਹੋ ਰਿਹਾ ਹੈ, ਉਹ ਸਭ ਹੁਣ ਸਿਰਫ ਦੇਖਦਾ ਹੈ ਕਿ ਇਹ ਪਰਮਾਤਮਾ ਦੀ ਲੀਲਾ ਹੈ, ਔਰ ਉਹਦੀ ਲੀਲਾ ਦੇਖ ਕੇ ਆਨੰਦ ਵਿੱਚ ਰਹਿੰਦਾ ਹੈ। ਤੇ ਇਹ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫਿਰ ਆਖਰੀ ਨਿਚੋੜ ਕੱਢਿਆ ਕਿ ਇਹ ਚੀਜ਼ਾਂ ਤੇਰੇ ਰਸਤੇ ਚ ਆਣਗੀਆਂ ਤੇ ਤੂੰ ਧਿਆਨ ਰੱਖੀ, ਸਾਧਨਾ ਰੋਕਣੀ ਨਹੀਂ, ਵੱਧਦੇ ਜਾਣਾ, ਅੱਗੇ ਹੀ ਵੱਧਦੇ ਜਾਣਾ ਹੈ। ਤੇ ਫਿਰ ਆਖਰੀ ਉਹਨਾਂ ਨੇ ਪੂਰਾ ਜਪਜੀ ਸਾਹਿਬ ਦਾ ਨਿਚੋੜ ਫਿਰ ਦੁਬਾਰਾ ਯਾਦ ਕਰਾਇਆ ਕਿ ਅਸੀਂ ਕਿਧਰੇ ਭੁੱਲ ਨਾ ਜਾਈਏ। ਤੇ ਸ਼ਲੋਕ ਜਿਹੜਾ ਉਹਨਾਂ ਨੇ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਕੀ, ਇੱਥੋਂ ਤੱਕ ਤੂੰ ਪਹੁੰਚੇਗਾ ਕਿਸ ਤਰ੍ਹਾਂ? ਇਸ ਵੇਲੇ ਤੂੰ ਆਪਣੇ ਪਵਨ ਗੁਰੂ ਨਾਲ ਜੁੜ ਜਾਏਗਾ, ਫਿਰ ਤੈਨੂੰ ਇਹ ਸਾਰੀਆਂ ਅਵਸਥਾ ਪ੍ਰਾਪਤ ਹੋਣਗੀਆਂ ਜਿਹੜੀ ਇਹ 38 ਪੌੜੀਆਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਈਆਂ, ਦਸੀਆਂ। ਜਿਹੜਾ ਆਤਮ ਗਿਆਨ ਔਰ ਬ੍ਰਹਮ ਗਿਆਨ ਦੇ ਸੂਤਰ ਸਾਨੂੰ ਦਿੱਤੇ ਜਪਜੀ ਸਾਹਿਬ ਵਿੱਚ, ਫਿਰ ਉਹ ਕਹਿੰਦੇ ਨੇ, ਫਿਰ ਇੱਕ ਵਾਰੀ ਯਾਦ ਕਰਾਉਂਦੇ ਨੇ ਕਿ ਉਸ ਇੱਕ ਤੱਕ ਪਹੁੰਚਣ ਲਈ ਤੈਨੂੰ ਆਪਣੇ ਸਵਾਸਾਂ ਨੂੰ ਪਕੜਨਾ ਪਏਗਾ। ਜੇ ਅਸੀਂ ਦੇਖੀਏ ਕਿ ਸਵਾਸ ਹਰ ਇੱਕ ਦੇ ਅੰਦਰ ਚੱਲ ਰਹੇ ਨੇ, ਹੁਣ ਇਹ ਨਹੀਂ ਕਹਿ ਸਕਦੇ ਕਿ ਇਹ ਹਿੰਦੂ ਦਾ ਸਵਾਸ ਹੈ, ਮੁਸਲਮਾਨ ਦਾ ਸਵਾਸ ਹੈ, ਇਹ ਸਿੱਖ ਦਾ ਸਵਾਸ ਹੈ, ਨਹੀਂ, ਸਵਾਸ ਇੱਕ ਹੈ। ਉਹ ਆ ਰਿਹਾ, ਉਹ ਜਾ ਰਿਹਾ, ਉਹ ਪਰਮਾਤਮਾ ਦੀ ਸ਼ਕਤੀ ਹੈ। ਤੇ ਜਿਸ ਵੇਲੇ ਅਸੀਂ ਪਰਮਾਤਮਾ ਦੀ ਇੱਕ ਸ਼ਕਤੀ ਨਾਲ ਜੁੜ ਜਾਵਾਂਗੇ, ਫਿਰ ਸਾਨੂੰ ਪਰਮਾਤਮਾ ਨਾਲ ਜੁੜਨਾ ਆਏਗਾ। ਫਿਰ ਸਾਨੂੰ ਸ੍ਰਿਸ਼ਟੀ ਨਾਲ ਪਤਾ ਚੱਲੇਗਾ ਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਅਸੀਂ ਉਹਦੇ ਨਾਲ ਜੁੜੇ ਹਾਂ, ਅਸੀਂ ਸ੍ਰਿਸ਼ਟੀ ਤੋਂ ਅਲੱਗ ਨਹੀਂ ਹਾਂ, ਅਸੀਂ ਸ੍ਰਿਸ਼ਟੀ ਦਾ ਇੱਕ ਹਿੱਸਾ ਹਾਂ। ਜਿਸ ਤਰ੍ਹਾਂ ਸਾਡੇ ਸਰੀਰ ਦੇ ਬਾਕੀ ਅੰਗ ਸਾਡੇ ਸਰੀਰ ਦਾ ਹਿੱਸਾ ਨੇ, ਐਸੇ ਤਰ੍ਹਾਂ ਅਸੀਂ ਬ੍ਰਹਿਮੰਡ ਰੂਪੀ ਸਰੀਰ ਦਾ ਅਸੀਂ ਇੱਕ ਹਿੱਸਾ ਹਾਂ। ਅਗਰ ਇੱਕ ਉਂਗਲੀ ਨੂੰ ਦਰਦ ਹੁੰਦੀ ਹੈ, ਪੂਰੇ ਸਰੀਰ ਨੂੰ ਦਰਦ ਹੁੰਦੀ ਹੈ। ਫਿਰ ਉਹ ਚੇਤਨਾ ਇੰਨੀ ਵਿਕਸਿਤ ਹੋ ਜਾਂਦੀ ਹੈ, ਫਿਰ ਉਹ ਹਰ ਸਮੇਂ ਆਨੰਦ ਦੀ ਸਥਿਤੀ 'ਚ ਰਹਿੰਦਾ। ਤੇ ਜੋ ਮੈਨੂੰ ਸਮਝ ਆਇਆ, ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਅਸੀਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਧਾਂਤ ਦਿੱਤੇ ਨੇ, ਅਸੀਂ ਉਹਨਾਂ ਤੇ ਚੱਲੀਏ ਔਰ ਆਪਣੇ ਅੰਦਰ ਵਿਨਮਰਤਾ ਧਾਰਨ ਕਰੀਏ ਕਿ ਜੋ ਹੋ ਰਿਹਾ ਪਰਮਾਤਮਾ ਕਰਾ ਰਿਹਾ ਹੈ, ਮੈਂ ਕਰਨ ਵਾਲਾ ਨਹੀਂ ਹਾਂ। ਔਰ ਜੋ ਸਾਧਨਾ ਕਰਾਂਗੇ, ਅੱਗੇ ਵਧਾਂਗੇ, ਤੇ ਸਾਨੂੰ ਉਹ ਅਵਸਥਾ ਸਾਰੀਆਂ ਪ੍ਰਾਪਤ ਹੋਣਗੀਆਂ। ਇਹ ਜਿਹੜੀਆਂ ਅਵਸਥਾ ਦਸੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਇਹ ਅਸੀਂ ਆਪਣੇ ਮਿਹਨਤ ਨਾਲ ਅਸੀਂ ਪਹੁੰਚ ਜਾਵਾਂਗੇ ਉੱਥੇ, ਐਸਾ ਨਹੀਂ ਹੈ। ਸਾਡਾ ਕੰਮ ਹੈ ਮਿਹਨਤ ਕਰਨਾ, ਔਰ ਜਿਸ ਦਿਨ ਪਰਮਾਤਮਾ ਦੀ ਪ੍ਰਸੰਨਤਾ ਮਿਲ ਗਈ, ਉਸ ਦਿਨ ਸਾਰੇ ਦਰਵਾਜ਼ੇ ਖੁੱਲ ਜਾਣਗੇ। ਉਹ ਸੱਚ ਦਾ ਦਰਵਾਜ਼ਾ ਉਸ ਦਿਨ ਖੁੱਲ ਜਾਏਗਾ ਜਿਸ ਦਿਨ ਮਿਹਨਤ ਕਰਦੇ ਕਰਦੇ ਅਸੀਂ ਪਰਮਾਤਮਾ ਦੇ ਦਵਾਰ ਤੱਕ ਪਹੁੰਚ ਜਾਵਾਂਗੇ, ਔਰ ਸਾਡੀ ਸੇਵਾ, ਸਾਡੀ ਸਾਧਨਾ ਪਰਮਾਤਮਾ ਦੇ ਘਰ ਪ੍ਰਵਾਨ ਹੋ ਜਾਏਗੀ। ਉਸ ਦਿਨ ਸਾਰੇ ਰਸਤੇ ਖੁੱਲ ਜਾਣਗੇ, ਔਰ ਸਾਡਾ ਸੰਸਾਰ ਤੋਂ ਆਣਾ ਜਾਣਾ ਜਿਹੜਾ ਉਹ ਚੱਕਰ ਚੋਂ ਅਸੀਂ ਬਾਹਰ ਆ ਜਾਵਾਂਗੇ। ਫਿਰ ਜਿਹੜਾ ਇਸ ਚੱਕਰ ਚੋਂ ਬਾਹਰ ਆਂਦਾ, ਉਹ ਕੱਲਾ ਹੀ ਬਾਹਰ ਨਹੀਂ ਆਂਦਾ। ਤਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਜਿਨ੍ਹਾਂ ਨੇ ਮਿਹਨਤ ਕਰਕੇ ਕਾਲਨਾ ਕਰਕੇ ਨਾਮ ਨੂੰ ਧਿਆਇਆ, ਧਿਆਨ ਕੀਤਾ ਪਰਮਾਤਮਾ ਦਾ, ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲ ਹੋ ਗਏ, ਕੀਤੀ ਛੁੱਟੀ ਨਾਲ। ਕਈ ਹੋਰ ਉਹਨਾਂ ਦੇ ਨਾਲ ਤਰ ਗਏ, ਕਈ ਹੋਰ ਜਿਹੜੇ ਨੇ ਉਹਨਾਂ ਨਾਲ ਲੱਗ ਕੇ ਛੁੱਟ ਗਏ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਜੋ ਮੈਨੂੰ ਸਮਝ ਆਇਆ ਮੈਂ ਸ਼ੇਅਰ ਕੀਤਾ। ਔਰ ਅਸੀਂ ਅੱਜ 9 ਦਿਨ ਗੁਰਪੁਰਬ ਮਨਾਇਆ, ਵਿੱਚ ਇੱਕ ਦਿਨ
ਭਗਤ ਨਾਮਦੇਵ ਜੀ ਦਾ ਸੀ। ਅਸੀਂ ਉਹਨਾਂ ਦੇ ਨਾਮਦੇਵ ਜੀ ਦਾ ਜੀਵਨ ਲਿਆ ਤੇ ਗੁਰੂ ਨਾਨਕ ਦੇਵ ਜੀ ਦੇ ਜਿਹੜੀਆਂ ਸਾਖੀਆਂ ਨੇ ਅਸੀਂ 8 ਦਿਨ ਸਿਧਾਂਤ ਔਰ ਸਾਖੀਆਂ ਅਸੀਂ ਸੁਣੀਆਂ ਔਰ ਉਹਨਾਂ ਤੇ ਵਿਚਾਰ ਕੀਤਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਵੀ ਅੱਗੋਂ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਆ ਰਿਹਾ 17 ਦਸੰਬਰ ਨੂੰ, ਉਹ ਵੀ ਸੈਲੀਬ੍ਰੇਟ ਕਰਾਂਗੇ। ਫਿਰ ਉਹਦੇ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਔਰ ਜਿਹੜਾ ਸ਼ਹੀਦੀ ਸप्ताह ਆਏਗਾ ਉਹ ਵੀ ਇਸ ਵਾਰੀ ਮੈਂ ਸੋਚਿਆ ਕਿ ਅਸੀਂ ਉਹ ਵੀ ਸੈਲੀਬ੍ਰੇਟ ਕਰਾਂਗੇ, ਤਾਂ ਕਿ ਸਾਨੂੰ ਆਪਣੀਆਂ ਜੜ੍ਹਾਂ ਦਾ ਪਤਾ ਚੱਲੇ ਕਿ ਸਾਨੂੰ ਸਿਧਾਂਤ ਕੀ ਦਿੱਤੇ ਗੁਰੂਆਂ ਨੇ ਔਰ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ। ਔਰ ਇੱਕ ਇੱਕ ਚੀਜ਼ ਲਿਖੀ ਹੋਈ ਹੈ, ਲੇਕਿਨ ਅਸੀਂ ਕਦੀ ਖੋਲ ਕੇ ਦੇਖਿਆ ਹੀ ਨਹੀਂ ਕਿ ਕੀ ਲਿਖਿਆ ਹੋਇਆ। ਤੇ ਉਹਨਾਂ ਸਿਧਾਂਤਾਂ ਤੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੋ ਸਿਧਾਂਤ ਦਿੱਤੇ ਅਸੀਂ ਉਹਨਾਂ ਤੇ ਵਿਚਾਰ ਕੀਤੀ। ਉਹੀ ਸਿਧਾਂਤ ਇੱਕ ਅਲੱਗ ਤਰੀਕੇ ਨਾਲ, ਅਲੱਗ ਤਰ੍ਹਾਂ ਸਮਝਾ ਕੇ, ਅਲੱਗ ਉਦਾਹਰਣ ਦੇ ਕੇ ਸਾਰੇ ਗੁਰੂਆਂ ਨੇ ਦੱਸੇ ਤੇ ਅਸੀਂ ਉਹਨਾਂ ਤੇ ਜ਼ਰੂਰ ਵਿਚਾਰ ਕਰਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ।